ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। परम सत्कारयोग जुगो जुग अटल चवर छतर तख्त दे मालक पतित पावन कृपा निधान वालिए कुल आलम ज्ञान दे सागर गुरबाणी दे मुजस्मे सरवरे कायनात दीन दुनिया दे पातशाह दीन दुनिया दे रहबर धन धन साहिब श्री गुरु ग्रंथ साहिब सच्चे पातशाह महाराज जी दी पावन ते पवित्र निग्गी गोद दा आनंद मान रही गुरु रूप खालसा साध संगत जी वडभागे हाँ। बहुत वड्डे भाग ने साडे सारियां दे जिन्हां नूं धन धन साहिब श्री गुरु तेग बहादुर साहिब सच्चे पातशाह महाराज जी दे चरण छो प्राप्त अस्थान गुरुद्वारा श्री दुख निवारण साहिब विखे सतगुरु पातशाह जी दी गोद विच बैठ के जीवन दियां इह घड़ियां सफलियां करन दा सुभाग समा जेड़ा है प्राप्त होया है। जो पावन मुख वाक अमृत वेले सतगुरु पातशाह जी ने सानू संत दे सरलेख हेठ बख्शिश कीता है, जिस पावन मुख वाक दा पाठ आपां हुणे हुणे बड़े ही प्यार दे नाल भाई साहब होना पासों सरवण कीता है। ये पावन शब्द बिहागड़ा राग दे अंदर सोढ़ी सुल्तान धन धन साहिब श्री गुरु रामदास सच्चे पातशाह महाराज जी का उचारण किया होया गुरु ग्रंथ साहब महाराज जी दे पावन पवित्र अंग 537 अते 38 ते शोभायमान है। पावन पवित्र शब्द दी विचार दास ने आप संगतां दे नाल सांझी करनी है। साध संगत बड़े प्यार दे नाल बड़ी भावना दे नाल बड़ी इकाग्रता दे नाल आपां गुरु दी गोद विच बैठ के विचारां जेड़ियां ने वो सरवण करनियां ने। आओ साध संगत बख्शो असीस शब्द दी विचार प्रारंभ करन तो पहला सारे एक बारी कृपा करो जी, आखो जी सतनाम श्री वाहेगुरु साहिब जी। राग बिहागड़ा शांत महला चौथा घर पहला एक ओंकार सतगुर प्रसाद। अज दा ये पावन पवित्र शब्द धन धन साहिब श्री गुरु रामदास सच्चे पातशाह महाराज जी का
ਉਹਨਾਂ ਦੀ ਰਸਨਾ ਤੋਂ ਉਚਾਰਨ ਕੀਤਾ ਹੋਇਆ ਹੈ। ਅਤੇ ਘਰ ਪਹਿਲਾ ਸਤਿਗੁਰੂ ਪਾਤਸ਼ਾਹ ਜੀ ਨੇ ਸਾਨੂੰ ਇਹ ਪਾਵਨ ਸ਼ਬਦ ਪਹਿਲੇ ਘਰ ਵਿੱਚ ਗਾਉਣ ਦੀ ਤਾਕੀਦ ਕੀਤੀ ਹੈ, ਪਹਿਲੇ ਘਰ ਵਿੱਚ ਗਾਉਣ ਦੀ ਹਦਾਇਤ ਕੀਤੀ ਹੈ। ਅੱਗੇ ਸਤਿਗੁਰੂ ਪਾਤਸ਼ਾਹ ਜੀ ਨੇ ਮੂਲ ਮੰਤਰ ਦਾ ਸੰਖੇਪ ਰੂਪ ਜਿਹੜਾ ਹੈ ਉਹ ਵਰਣਨ ਕੀਤਾ ਹੈ। ਮਹਾਰਾਜ ਕਹਿੰਦੇ ਨੇ ਇੱਕ ਓੰਕਾਰ ਭਾਵ ਪਰਮਾਤਮਾ ਇੱਕ ਹੈ, ਵਾਹਿਗੁਰੂ ਇੱਕ ਹੈ, ਰੱਬ ਇੱਕ ਹੈ। ਸਾਧ ਸੰਗਤ, ਆਪਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਬਾਣੀ ਪੜ੍ਹਦੇ ਹਾਂ ਤੇ ਪਾਵਨ ਬਾਣੀ ਦੇ ਵਿੱਚ ਸਤਿਗੁਰੂ ਪਾਤਸ਼ਾਹ ਜੀ ਕਿਰਪਾ ਕਰਦੇ ਨੇ, ਏਕੋ ਹੈ ਭਾਈ ਏਕੋ ਹੈ, ਸਾਹਿਬ ਮੇਰਾ ਏਕੋ ਹੈ। ਭਾਵ ਪਰਮਾਤਮਾ ਇੱਕ ਹੈ, ਰੱਬ ਇੱਕ ਹੈ। ਜਾਂ ਆਪਾਂ ਪਾਵਨ ਬਾਣੀ ਦੇ ਵਿੱਚੋਂ ਬਚਨ ਪੜ੍ਹਦੇ ਹਾਂ, ਸਰਬੰਗ ਸਾਚਾ ਏਕ ਹੈ, ਦੂਜਾ ਨਾਹੀ ਕੋਈ। ਕਹਿੰਦੇ ਉਹ ਇੱਕ ਪਰਮਾਤਮਾ ਹੈ, ਉਸ ਇੱਕ ਤੋਂ ਬਿਨਾ ਹੋਰ ਕੋਈ ਨਹੀਂ, ਉਸ ਇੱਕ ਤੋਂ ਬਿਨਾ ਹੋਰ ਕੋਈ ਨਹੀਂ। ਜਾਂ ਬਾਬਾ ਜੀ ਨੇ ਬਾਣੀ ਦੇ ਵਿੱਚ ਕਿਹਾ, ਏਕਮ ਏਕੰਕਾਰ ਨਿਰਾਲਾ, ਅਮਰ ਅਜੋਨੀ ਜਾਤ ਨਾ ਜਾਲਾ, ਅਗੰਮ ਅਗੋਚਰ ਰੂਪ ਨਾ ਰੇਖਿਆ, ਖੋਜਤ ਖੋਜਤ ਘਟ ਘਟ ਦੇਖਿਆ। ਹੁਣ ਮਹਾਰਾਜ ਕਹਿੰਦੇ ਰੱਬ ਇੱਕ ਹੈ, ਪਰਮਾਤਮਾ ਇੱਕ ਹੈ, ਤੇ ਉਹਦੀ ਪ੍ਰਾਪਤੀ ਕਿੱਦਾਂ ਹੁੰਦੀ ਹੈ? ਸਤ ਗੁਰ ਪ੍ਰਸਾਦ, ਉਸ ਰੱਬ ਦੀ, ਉਸ ਵਾਹਿਗੁਰੂ ਦੀ ਪ੍ਰਾਪਤੀ ਜਿਹੜੀ ਹੈ ਉਹ ਗੁਰੂ ਦੀ ਕਿਰਪਾ ਨਾਲ ਹੁੰਦੀ ਹੈ। ਕਹਿਣ ਤੋਂ ਭਾਵ ਸੱਚੇ ਗੁਰੂ ਤੋਂ ਬਿਨਾ ਉਸ ਪਰਮਾਤਮਾ ਨੂੰ, ਉਸ ਵਾਹਿਗੁਰੂ ਨੂੰ ਨਹੀਂ ਪਾਇਆ ਜਾ ਸਕਦਾ। ਹਰ ਹਰ ਨਾਮ ਧਿਆਈਐ ਮੇਰੀ ਜਿੰਦੜੀਏ, ਗੁਰਮੁਖ ਨਾਮ ਅਮੋਲੇ RAM। ਸਤਿਗੁਰੂ ਪਾਤਸ਼ਾਹ ਜੀ ਇਸ ਜਿੰਦ ਨੂੰ ਸੰਬੋਧਨ ਕਰਦੇ ਨੇ ਕਿ ਹੇ ਮੇਰੀਏ ਜਿੰਦੇ, ਹੇ ਮੇਰੀਏ ਜਿੰਦੜੀਏ, ਉਸ ਪਰਮਾਤਮਾ ਦਾ ਨਾਮ ਧਿਆ, ਉਸ ਪਰਮਾਤਮਾ ਦੀ ਇਬਾਦਤ ਕਰ, ਭਾਵ ਉਸ ਪਰਮਾਤਮਾ ਦੀ ਬੰਦਗੀ ਕਰ। ਵੇਖੋ ਸਾਧ ਸੰਗਤ, ਜਿਹੜਾ ਰੱਬ ਦੀ ਭਗਤੀ ਕਰਦਾ ਹੈ ਨਾ, ਰੱਬ ਦੀ ਭਗਤੀ ਕਰਦਾ ਹੈ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਵਿੱਚ ਉਹਨੂੰ ਬੜਾ ਸਤਿਕਾਰ ਦਿੱਤਾ ਗਿਆ ਹੈ। ਧਿਆਨ ਦੇਣਾ ਜੀ, ਜਿਹੜੀ ਮੈਂ ਬੇਨਤੀ ਕਰਨ ਲੱਗਾ, ਜਿਹੜਾ ਰੱਬ ਦੀ ਭਗਤੀ ਕਰਦਾ ਏ, ਪਰਮਾਤਮਾ ਦਾ ਨਾਮ ਜਪਦਾ ਹੈ, ਗੁਰੂ ਗ੍ਰੰਥ ਸਾਹਿਬ ਦੀ ਪਾਵਨ ਬਾਣੀ ਦੇ ਵਿੱਚ ਉਹਨੂੰ ਬੜਾ ਸਤਿਕਾਰ ਦਿੱਤਾ ਗਿਆ ਹੈ। ਆਪਾਂ ਪੜ੍ਹਦੇ ਹਾਂ ਨਾ ਪਾਵਨ ਬਾਣੀ, ਹਉ ਕੁਰਬਾਨੈ ਜਾਉ ਮਿਹਰਬਾਨਾ, ਹਉ ਕੁਰਬਾਨੈ ਜਾਉ, ਹਉ ਕੁਰਬਾਨੈ ਜਾਓ ਤਿਨਾ ਕੈ, ਲੈਣ ਜੋ ਤੇਰਾ ਨਾਉ, ਲੈਣ ਜੋ ਤੇਰਾ ਨਾਉ ਤਿਨਾ ਕੈ, ਹਉ ਸਦ ਕੁਰਬਾਨੈ ਜਾਉ। ਮਹਾਰਾਜ ਕਹਿੰਦੇ ਇੱਕ ਦਿਨ ਨਹੀਂ, 2 ਦਿਨ ਨਹੀਂ, 3 ਦਿਨ ਨਹੀਂ, ਗੁਰੂ ਸਾਹਿਬ ਕਹਿੰਦੇ ਮੈਂ ਸਦਾ ਹੀ ਉਹਦੇ ਤੋਂ ਕੁਰਬਾਨ ਆ, ਮੈਂ ਸਦਾ ਹੀ ਉਹਦੇ ਤੋਂ ਬਲਿਹਾਰ ਆ। ਕਿਹਦੇ ਤੋਂ? ਜਿਹੜਾ ਪਰਮਾਤਮਾ ਦੀ ਭਗਤੀ ਕਰਦਾ ਹੈ। ਕਾਇਆ ਰੰਗਣ ਜੇ ਥੀਐ ਪਿਆਰੇ, ਪਾਈਐ ਨਾਉ ਮਜੀਠ, ਰੰਗਣ ਵਾਲਾ ਜੇ ਰੰਗੇ ਸਾਹਿਬ, ਐਸਾ ਰੰਗ ਨਾ ਡੀਠ, ਜਿਨਕੇ ਚੋਲੇ ਰਤੜੇ ਪਿਆਰੇ, ਕੰਤ ਤਿਨਾ ਕੈ ਪਾਸ, ਧੂੜ ਤਿਨਾ ਕੀ ਜੇ ਮਿਲੈ ਜੀ, ਕਹੋ ਨਾਨਕ ਕੀ ਅਰਦਾਸ। ਵੇਖੋ ਕਿੰਨਾ ਸਤਿਕਾਰ ਉਸ ਗੁਰਸਿੱਖ ਨੂੰ ਮਹਾਰਾਜ ਨੇ ਬਾਣੀ ਦੇ ਵਿੱਚ ਬਖਸ਼ਿਸ਼ ਕੀਤਾ, ਜਿਹੜਾ ਗੁਰਸਿੱਖ ਰੱਬ ਦੀ ਭਗਤੀ ਕਰਦਾ ਹੈ, ਪਰਮਾਤਮਾ ਦੀ ਭਗਤੀ ਕਰਦਾ ਹੈ। ਮਹਾਰਾਜ ਨੇ ਤੇ ਇੱਥੋਂ ਤੱਕ ਕਹਿ ਦਿੱਤਾ, ਜਨ ਨਾਨਕ ਧੂੜ ਮੰਗੈ ਤਿਸ ਗੁਰਸਿੱਖ ਕੀ, ਜੋ ਆਪ ਜਪੈ
ਅਵਰਾ ਨਾਮ ਜਪਾਵੇ। ਮਹਾਰਾਜ ਕਹਿੰਦੇ ਮੈਂ ਉਸ ਗੁਰੂ ਦੇ ਸਿੱਖ ਦੀ ਚਰਨਾਂ ਦੀ ਧੂੜੀ ਲੋਚਦਾ ਆ। ਕਿਹੜੇ ਸਿੱਖ ਦੀ? ਜਿਹੜਾ ਸਿੱਖ ਆਪ ਤੇ ਪਰਮਾਤਮਾ ਦਾ ਨਾਮ ਜਪਦਾ ਹੈ, ਨਾਲ ਦੂਜਿਆਂ ਨੂੰ ਵੀ ਪ੍ਰੇਰਦਾ ਹੈ, ਦੂਜਿਆਂ ਨੂੰ ਵੀ ਪਰਮਾਤਮਾ ਦਾ ਨਾਮ ਜਪਾਉਂਦਾ ਹੈ। ਕਹਿਣ ਤੋਂ ਮੁਰਾਦ ਜਿਹੜਾ ਨਾਮ ਜਪਦਾ ਹੈ, ਰੱਬ ਦੀ ਭਗਤੀ ਕਰਦਾ ਹੈ, ਪਰਮਾਤਮਾ ਦੀ ਭਗਤੀ ਕਰਦਾ ਹੈ, ਮੇਰੇ ਪਾਤਸ਼ਾਹ ਨੇ ਉਹਨੂੰ ਬਾਣੀ ਦੇ ਵਿੱਚ ਬੜਾ ਸਤਿਕਾਰ ਦਿੱਤਾ ਹੈ। ਹੁਣ ਧਿਆਨ ਦੇਣਾ ਸਾਧ ਸੰਗਤ, ਉਹਨਾਂ ਬਾਰੇ ਵੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਵਿੱਚ ਲਿਖਿਆ ਜਿਹੜੇ ਪਰਮਾਤਮਾ ਦੀ ਭਗਤੀ ਨਹੀਂ ਕਰਦੇ, ਜਿਹੜੇ ਰੱਬ ਦੀ ਬੰਦਗੀ ਨਹੀਂ ਕਰਦੇ, ਉਹਨਾਂ ਬਾਰੇ ਸਤਿਗੁਰੂ ਪਾਤਸ਼ਾਹ ਜੀ ਕੀ ਕਹਿੰਦੇ ਨੇ? ਮਹਾਰਾਜ ਕਹਿੰਦੇ ਨੇ ਜਿਨੀ ਐਸਾ ਹਰ ਨਾਮ ਨਾ ਚੇਤਿਓ, ਸੇ ਕਾਹੇ ਜਗ ਆਏ ਰਾਮ ਰਾਜੇ। ਮਹਾਰਾਜ ਕਹਿੰਦੇ ਜਿਹੜੇ ਰੱਬ ਦੀ ਭਗਤੀ ਨਹੀਂ ਕਰਦੇ, ਜਿਹੜੇ ਪਰਮਾਤਮਾ ਦੀ ਭਗਤੀ ਨਹੀਂ ਕਰਦੇ, ਜਿਹੜੇ ਪਰਮਾਤਮਾ ਦਾ ਨਾਮ ਨਹੀਂ ਜਪਦੇ, ਉਹਨਾਂ ਨੂੰ ਤੇ ਇਸ ਸੰਸਾਰ ਦੇ ਵਿੱਚ ਆਉਣਾ ਹੀ ਨਹੀਂ ਸੀ ਚਾਹੀਦਾ। ਮੈਂ ਨਹੀਂ ਕਹਿੰਦਾ, ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਜਿਨੀ ਐਸਾ ਹਰ ਨਾਮ ਨਾ ਚੇਤਿਓ, ਸੇ ਕਾਹੇ ਜਗ ਆਏ ਰਾਮ ਰਾਜੇ। ਮਹਾਰਾਜ ਕਹਿੰਦੇ ਕਿਉਂ ਉਹ ਇਸ ਦੁਨੀਆ ਦੇ ਵਿੱਚ ਆਏ? ਪਰਮਾਤਮਾ ਦੀ ਭਗਤੀ ਨਹੀਂ ਕਰਦੇ, ਜਿਹੜੇ ਪਰਮਾਤਮਾ ਦੀ ਬੰਦਗੀ ਨਹੀਂ ਕਰਦੇ। ਬਾਬਾ ਜੀ ਨੇ ਤੇ ਇੱਥੋਂ ਤੱਕ ਵੀ ਕਹਿ ਦਿੱਤਾ, ਸਤਿਗੁਰ ਜਿਨੀ ਨਾ ਸੇਵਿਓ, ਸ਼ਬਦ ਨਾ ਕੀਤੋ ਵਿਚਾਰ, ਓਏ ਮਾਨੁਖ ਜੂਣ ਨਾ ਆਖੀਐ, ਪਸ਼ੂ ਢੋਰ ਗਵਾਰ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਵਿੱਚ ਨਾ ਇੱਕ ਗੁਰੂ ਰਾਮਦਾਸ ਮਹਾਰਾਜ ਦਾ ਹੀ ਬੜਾ ਪਿਆਰਾ ਬਚਨ ਆਉਂਦਾ ਹੈ। ਉਹਨਾਂ ਦੇ ਪਰਥਾਏ ਜਿਹੜੇ ਰੱਬ ਦੀ ਭਗਤੀ ਨਹੀਂ ਕਰਦੇ। ਬਹੁਤ ਵਾਰੀ ਆਪਾਂ ਸਤਿਗੁਰੂ ਪਾਤਸ਼ਾਹ ਜੀ ਦਾ ਉਹ ਬਚਨ ਪੜ੍ਹਦੇ ਵੀ ਆ ਤੇ ਸੁਣਦੇ ਵੀ ਆ। ਗੁਰੂ ਰਾਮਦਾਸ ਮਹਾਰਾਜ ਕਹਿੰਦੇ ਨੇ ਜਿਹੜੇ ਰੱਬ ਦੀ ਭਗਤੀ ਨਹੀਂ ਕਰਦੇ, ਜਿਹੜੇ ਪਰਮਾਤਮਾ ਦੀ ਭਗਤੀ ਨਹੀਂ ਕਰਦੇ, ਬਾਬਾ ਜੀ ਕਹਿੰਦੇ ਜਿਨ ਹਰ ਹਿਰਦੈ ਨਾਮ ਨਾ ਬਸਿਓ, ਤਿਨ ਮਾਤ ਕੀਜੈ ਹਰ ਬਾਂਝਾ। ਕਹਿੰਦੇ ਜਿਹੜੇ ਰੱਬ ਦੀ ਭਗਤੀ ਨਹੀਂ ਕਰਦੇ, ਜਿਹੜੇ ਪਰਮਾਤਮਾ ਦੀ ਭਗਤੀ ਨਹੀਂ ਕਰਦੇ, ਜਿਸ ਮਾਂ ਨੇ ਐਸੇ ਬੰਦਿਆਂ ਨੂੰ ਜਨਮ ਦਿੱਤਾ ਹੈ, ਉਸ ਮਾਂ ਨੂੰ ਚਾਹੀਦਾ ਸੀ ਬਾਂਝ ਰਹਿੰਦੀ, ਇਹੋ ਜਿਹੇ ਬੰਦਿਆਂ ਨੂੰ ਜਨਮ ਹੀ ਨਾ ਦਿੰਦੀ ਜਿਹੜੇ ਬੰਦੇ ਰੱਬ ਦੀ ਭਗਤੀ ਨਹੀਂ ਕਰਦੇ, ਜਿਹੜੇ ਬੰਦੇ ਪਰਮਾਤਮਾ ਦੀ ਭਗਤੀ ਨਹੀਂ ਕਰਦੇ। ਪਰ ਸਾਧ ਸੰਗਤ ਜਿਹੜੇ ਰੱਬ ਦੀ ਭਗਤੀ ਕਰਦੇ ਨੇ, ਮਹਾਰਾਜ ਕਹਿੰਦੇ ਜਿਨ ਗੁਰਮੁਖ ਨਾਮ ਧਿਆਇਆ, ਆਏ ਤੇ ਪਰਵਾਨ, ਨਾਨਕ ਕੁਲ ਉਧਾਰੇ ਆਪਣਾ, ਦਰਗਹਿ ਪਾਵੇਂ ਮਾਨ। ਜਿਨ੍ਹਾਂ ਕੋਲ ਰੱਬ ਦੀ ਭਗਤੀ ਨਹੀਂ, ਮਹਾਰਾਜ ਕਹਿੰਦੇ ਉਹਨਾਂ ਨੂੰ ਇਸ ਸੰਸਾਰ ਦੇ ਵਿੱਚ ਆਉਣਾ ਨਹੀਂ ਸੀ ਚਾਹੀਦਾ। ਪਰ ਜਿਹੜੇ ਰੱਬ ਦੀ ਭਗਤੀ ਕਰਦੇ ਨੇ, ਮਹਾਰਾਜ ਕਹਿੰਦੇ ਜਿਨ ਗੁਰਮੁਖ ਨਾਮ ਧਿਆਇਆ, ਜਿਨ੍ਹਾਂ ਗੁਰਮੁਖਾਂ ਨੇ ਪਰਮਾਤਮਾ ਦੇ ਨਾਮ ਨੂੰ ਧਿਆਉਣਾ ਕੀਤਾ, ਪਰਮਾਤਮਾ ਦੇ ਨਾਮ ਨੂੰ ਜਪਣਾ ਕੀਤਾ, ਜਿਨ ਗੁਰਮੁਖ ਨਾਮ ਧਿਆਇਆ, ਆਏ ਤੇ ਪ੍ਰਵਾਨ, ਉਹਨਾਂ ਦਾ ਇਸ ਸੰਸਾਰ ਦੇ ਵਿੱਚ ਆਉਣਾ ਪ੍ਰਵਾਨ ਹੈ। ਨਾਨਕ ਕੁੱਲ ਉਧਾਰੈ ਆਪਣਾ, ਦਰਗਹਿ ਪਾਵੇਂ ਮਾਨ। ਤੇ ਸੱਚ ਜਾਣਿਓ ਭਾਗਾਂ ਵਾਲਿਓ, ਉਹਨਾਂ ਨੂੰ ਪਰਮਾਤਮਾ ਦੀ ਦਰਗਾਹ ਦੇ ਵਿੱਚ ਵੀ ਮਾਣ, ਇੱਜ਼ਤ, ਵਡਿਆਈ, ਪੱਤ ਮਿਲਦੀ ਹੈ ਜਿਹੜੇ ਪਰਮਾਤਮਾ ਦੀ ਭਗਤੀ ਕਰਦੇ ਨੇ। ਜਿਉਂਦੇ ਜੀ ਤੇ ਉਹਨਾਂ ਨੂੰ ਮਾਣ, ਇੱਜ਼ਤ, ਪੱਤ, ਵਡਿਆਈ ਮਿਲਦੀ ਹੈ। ਸੱਚ ਜਾਣਿਓ ਭਗਤਾਂ ਭਾਗਾਂ ਵਾਲਿਓ, ਮਰਨ ਤੋਂ ਬਾਅਦ ਵੀ ਪਰਮਾਤਮਾ ਦੇ ਘਰ ਵਿੱਚ ਉਹਨਾਂ ਨੂੰ ਮਾਣ, ਇੱਜ਼ਤ ਤੇ ਵਡਿਆਈ ਮਿਲਦੀ ਹੈ ਜਿਹੜੇ ਪਰਮਾਤਮਾ ਦਾ ਨਾਮ ਜਪਦੇ ਨੇ, ਜਿਹੜੇ ਪਰਮਾਤਮਾ ਦੀ ਭਗਤੀ ਕਰਦੇ ਨੇ। ਹੁਣ ਸ਼ਬਦ ਦੀ ਪਹਿਲੀ ਪੰਕਤੀ ਦੇ ਅੰਦਰ ਨਾ ਮਹਾਰਾਜ ਕਹਿੰਦੇ ਉਸ ਪਰਮਾਤਮਾ ਦਾ ਨਾਮ ਜਪ, ਉਸ ਵਾਹਿਗੁਰੂ ਦਾ ਨਾਮ ਜਪ। ਧਿਆਨ ਦੇਣਾ ਸਾਧ ਸੰਗਤ, ਨਾਮ ਕੱਲਾ ਰਸਨਾ ਦੇ ਨਾਲ ਨਹੀਂ ਜਪਣਾ। ਇਹ ਨਾ ਹੋਵੇ ਹਰ ਹਰ ਕਰੈ ਨਿਤ ਕਪਟ ਕਮਾਵੇਂ। ਅਸੀਂ ਰੱਬ ਦਾ ਨਾਮ ਵੀ ਜਪੀ ਜਾਈਏ ਤੇ ਮਾੜੇ ਕੰਮ ਵੀ ਕਰੀ ਜਾਈਏ। ਅੱਜ ਨਾ ਬਹੁਤ ਸਾਰੇ ਐਸੇ ਲੋਕ ਨੇ ਜਿਹੜੇ ਇਹ ਗੱਲ ਕਹਿ ਦਿੰਦੇ ਨੇ, ਜੀ ਵੇਖੋ ਜੀ ਫਲਾਣੇ ਨੇ ਤੇ ਅੰਮ੍ਰਿਤ ਛਕਿਆ, ਫਲਾਣਾ ਇਦਾਂ ਦੇ ਕੰਮ ਕਰਦਾ ਹੈ, ਵੇਖੋ ਜੀ ਫਲਾਣੇ ਨੇ ਤੇ ਉਹ ਨਾਮ ਜਪਦਾ ਹੈ, ਫਲਾਣਾ ਇਦਾਂ ਦਾ ਕੰਮ ਕਰਦਾ ਹੈ। ਸਾਧ ਸੰਗਤ, ਜਦੋਂ ਆਪਾਂ ਅਰਦਾਸ ਕਰਦੇ ਆ ਨਾ, ਅਰਦਾਸ, ਹੁਣ ਵੇਖੋ ਮਹਾਰਾਜ ਕਹਿੰਦੇ ਬਹੁਤ ਨੇ ਇਸ ਸੰਸਾਰ ਦੇ ਵਿੱਚ ਹਰ ਹਰ ਕਰੈ ਨਿਤ ਕਪਟ ਕਮਾਵੇਂ, ਵੀ ਉਹ ਰੱਬ ਦੀ ਭਗਤੀ ਵੀ ਕਰਦੇ ਨੇ ਤੇ ਉਹ ਮਾੜੇ ਕੰਮ ਵੀ ਕਰੀ ਜਾਂਦੇ ਨੇ। ਜਦੋਂ ਆਪਾਂ ਅਰਦਾਸ ਕਰਦੇ ਆ ਨਾ, ਅਰਦਾਸ, ਤੇ ਅਰਦਾਸ ਦੇ ਵਿੱਚ ਆ ਪਹਿਰਾ ਆਉਂਦਾ ਏ,
प्रथमे सरबत खालसा जी की अरदास, सरबत खालसा जी को वाहेगुरु 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 नाम चित आवे। हुण उत्थे साध संगत 3 वारी वाहेगुरु शब्द आया है, 3 वारी वाहेगुरु शब्द, 3 वारी वाहेगुरु शब्द उत्थे आया है। ਉਹਦਾ मतलब पता की है? महाराज कहते तू रसना दे नाल ते रब दा नाम जपना ही जपना है, पर एक गल चेते रखी सजना, कला रसना दे नाल रब दा नाम ना जपी, तू उस नाम नू मन दे विच भी टिका के रखना है, उस नाम नू मन दे विच भी टिकाउणा है। ते वो जिहड़ा नाम है ना, वो तेरे कर्मां दे विच भी दसना चाहिए है। कर्मां दे विच तेरे कर्म इदां दे होण, तेरा किरदार इदां दा होवे, तेरा आचार इदां दा होवे, फलाना बंदा ये गल कहण ते मजबूर हो जावे भी ओहदे ते परमात्मा दी बड़ी किरपा है, ओहदे ते परमात्मा दी बड़ी बख्शिश है, परमात्मा दी बड़ी रहमत है। क्यों? क्योंकि वह परमात्मा दी भगती करदा है, वह वाहिगुरू दी बंदगी करदा है। साध संगत महाराज कहंदे रसना करके ते नाम जपना है, इस नाम नू असी अपने मन दे विच भी टिका के रखना है, भाव मन करके नाम जपना है, ते नाम जिहड़ा है ये साडे कर्मां दे विच भी होना चाहिए है, कर्मां दे विच भी होना चाहिए है। जिन्हों बाबा जी बाणी दे विच कहिंदे ने, फरीदा जिन्नी कमी नाहे गुण ते कमड़े विसार, मत शर्मिंदा थी वई साईं दे दरबार। जिन्हां नू बाबा जी ने बाणी दे विच कहा, ऐसा काम मूले ना कीचै जित अंत पछोताई है। सतगुरु पातशाह जी कहंदे रसना तो तू परमात्मा दा नाम जपना है, वाहेगुरु दा नाम जपना है, वो नाम तेरे मन दे विच भी होना चाहिए है, ते वो नाम जिहड़ा है वो तेरे कर्मां दे विच भी होना चाहिए। तेरे कर्म एडे सोहणे होण परमात्मा दा नाम जप के। हुण साध संगत ध्यान देना, इस संसार दे विच आउण दा साडा मनोरथ की है, इस संसार दे विच साडा आउण दा मनोरथ की है, क्यों आए असी इस संसार दे विच? महाराज कहंदे ने, एको नाम ध्याए मन मेरे, कारज तेरा होवे पूरा। साध संगत असी केड़ा काम करन वास्ते आए हैं इस संसार दे विच? असी परमात्मा दा नाम जपण वास्ते आए हैं। महाराज कहंदे जे तू नाम जपेगा ना, परमात्मा दी भगती करेगा, फिर तेरा इस संसार दे विच आउणा सफला है, फिर तेरा इस संसार दे विच आके फिर तेरा कारज जिहड़ा है वो पूरा होंदा है जे तू परमात्मा दा नाम जपेगा। एको नाम ध्याए मन मेरे, कारज तेरा होवे पूरा। तां तेरा कारज पूरा होवेगा जे तू परमात्मा दी भगती करेगा, जे तू परमात्मा दी बंदगी करेगा, उस वाहिगुरु दी, उस परमेश्वर दी वडियाई करेगा। हुण साध संगत जदों आपां पावन बाणी पढ़दे हां ते गुरु ग्रंथ साहब की पावन बाणी दे विच बेअंत इदां दे बचन आउंदे ने, जिहदे विच महाराज कहंदे ने उस परमात्मा दा नाम जप, उस वाहिगुरु दा नाम जप। पढ़ो पावन बाणी, महाराज कहंदे नाम सिमर राम सिमर, यह तेरा काज है, माया को संग त्याग, प्रभ जू की शरण लाग, जगत सुख मान मिथ्या झूठो सब साज है। भाव उस परमात्मा की भगती कर, अमृत नाम निधान है, मिल पीवो पाई। कल दे दीवाना विच भी दास ने बेनती की सी, महाराज कहंदे जप मन सतनाम सदा सतनाम। हुण गुरु साहब कहंदे रब दी भगती कर, परमात्मा दी भगती कर, वाहिगुरु दा नाम जप। ते साध संगत अगे महाराज इसे बंद दे विच, इसे पंक्ति दे विच कहंदे ने कि जिहड़ा परमात्मा दा नाम है ना, परमात्मा दा नाम ये बड़ा अमोलक है। परमात्मा दा नाम जिहड़ा है ये बड़ा अमोलक है, भाव इहदा मुੱਲ नहीं, इहदा मुੱਲ कोई नहीं। आपां पावन बाणी पढ़दे हां, पावन बाणी दे विच बचन आउंदे ने, महाराज कहंदे नाम तुल कश अवर ना होए। महाराज कहंदे ने नाम दे बराबर कुछ भी नहीं, परमात्मा दे नाम दे बराबर कुछ भी नहीं। सारियां चीज़ां परमात्मा दे नाम तो थल्ले ने, परमात्मा दे नाम तो थल्ले ने। गुरु साहब ने ते बाणी च कहा नाम अमोलक रतन है, परमात्मा दा नाम बड़ा कीमती रतन है। ते इहदी प्राप्ति कित्थों हुंदी है? इहदी प्राप्ति पूरे गुरु पासों हुंदी है। पातशाह कहंदे ने
ਨਾਮ ਬੜਾ ਕੀਮਤੀ ਰਤਨ ਹੈ। ਪਰਮਾਤਮਾ ਦਾ ਨਾਮ ਜਪ ਤੇ ਪਰਮਾਤਮਾ ਦੇ ਨਾਮ ਦੀ ਤੈਨੂੰ ਪ੍ਰਾਪਤੀ ਕਿੱਥੋਂ ਹੋਣੀ ਹੈ? ਪੂਰੇ ਗੁਰੂ ਦੇ ਕੋਲੋਂ। ਆਪਾਂ ਗੁਰੂ ਨਾਨਕ ਸਾਹਿਬ ਦਾ ਬਚਨ ਪੜ੍ਹਦੇ ਆ ਨਾ, ਜਿਸ ਜਲ ਨਿਧ ਕਾਰਨ ਤੁਮ ਜਗ ਆਏ, ਸੋਏ ਅੰਮ੍ਰਿਤ ਗੁਰ ਪਾਹੀ ਜੀਓ, ਛੋਡੋ ਵੇਸ ਭੇਖ ਚਤੁਰਾਈ, ਦੁਬਦਾ ਇਹ ਫਲ ਨਾਹੀ ਜੀਓ। ਮਹਾਰਾਜ ਕਹਿੰਦੇ ਨੇ ਤੂੰ ਇਸ ਸੰਸਾਰ ਦੇ ਵਿੱਚ ਪਰਮਾਤਮਾ ਦਾ ਨਾਮ ਜਪਣ ਵਾਸਤੇ ਆਇਆ ਏ। ਉਹ ਨਾਮ ਜਿਹੜਾ ਬਹੁਤ ਜ਼ਿਆਦਾ ਕੀਮਤੀ ਹੈ, ਤੇ ਉਸ ਨਾਮ ਦੀ ਪ੍ਰਾਪਤੀ ਕਿੱਥੋਂ ਹੁੰਦੀ ਹੈ? ਉਸ ਨਾਮ ਦੀ ਪ੍ਰਾਪਤੀ ਪੂਰੇ ਗੁਰੂ ਦੀ ਸ਼ਰਨ ਦੇ ਵਿੱਚ ਆ ਕੇ ਹੁੰਦੀ ਹੈ। ਹਰ ਰਸ ਬੀਧਾ ਹਰ ਮਨ ਪਿਆਰਾ, ਮਨ ਹਰ ਰਸ ਨਾਮ ਚਕੋਲੇ RAM। ਹਰ ਰਸ ਬੀਧਾ, ਸਾਧ ਸੰਗਤ ਜਿਹਦਾ ਮਨ ਹਰੀ ਦੇ ਨਾਮ ਵਿੱਚ ਵਿਝਿਆ ਗਿਆ, ਭਾਵ ਜਿਹਦਾ ਮਨ ਪਰਮਾਤਮਾ ਦੇ ਨਾਮ ਵਿੱਚ ਇਕਮਿਕ ਹੋ ਗਿਆ। ਮਹਾਰਾਜ ਕਹਿੰਦੇ ਨੇ ਜਿਹਦਾ ਮਨ ਪਰਮਾਤਮਾ ਦੇ ਨਾਮ ਵਿੱਚ ਇਕਮਿਕ ਹੋ ਗਿਆ ਨਾ, ਫਿਰ ਇਹਨੂੰ ਉਹ ਪਰਮਾਤਮਾ ਜਿਹੜਾ ਹੈ ਉਹ ਬੜਾ ਪਿਆਰਾ ਲੱਗਣ ਲੱਗ ਪੈਂਦਾ ਹੈ। ਉਹ ਵਾਹਿਗੁਰੂ ਜਿਹੜਾ ਹੈ ਉਹ ਬੜਾ ਪਿਆਰਾ ਲੱਗਣ ਲੱਗ ਪੈਂਦਾ ਹੈ। ਹੁਣ ਸਾਧ ਸੰਗਤ ਇਹ ਗੱਲ ਪੱਕੀ ਹੈ, ਜਿਹਦਾ ਮਨ ਮਾਇਆ ਦੇ ਵਿੱਚ ਗਲਤਾਨ ਹੈ, ਜਿਹਦਾ ਮਨ ਮੋਹ ਮਾਇਆ ਦੇ ਵਿੱਚ ਫਸਿਆ ਹੈ, ਜਿਹਦਾ ਮਨ ਵਿਸ਼ੇ ਵਿਕਾਰਾਂ ਦੇ ਵਿੱਚ ਫਸਿਆ ਹੈ, ਉਹਨੂੰ ਰੱਬ ਪਰਮਾਤਮਾ ਪਿਆਰਾ ਨਹੀਂ ਲੱਗਦਾ, ਉਹਨੂੰ ਰੱਬ ਦਾ ਨਾਮ ਪਿਆਰਾ ਨਹੀਂ ਲੱਗਦਾ। ਤੁਸੀਂ ਜਿੰਨਾ ਮਰਜ਼ੀ ਉਹਨੂੰ ਕਹੀ ਜਾਓ ਭਾਈ ਰੱਬ ਦੀ ਭਗਤੀ ਕਰ, ਪਰਮਾਤਮਾ ਦੀ ਭਗਤੀ ਕਰ, ਉਹ ਕਦੀ ਵੀ ਭਗਤੀ ਵਾਲੇ ਪਾਸੇ ਨਹੀਂ ਆਵੇਗਾ। ਕਿਉਂ? ਕਿਉਂਕਿ ਉਹਦਾ ਮਨ ਜਿਹੜਾ ਉਹ ਮੋਹ ਮਾਇਆ ਦੇ ਵਿੱਚ ਫਸਿਆ ਹੋਇਆ ਹੈ, ਉਹਦਾ ਮਨ ਜਿਹੜਾ ਹੈ ਉਹ ਵਿਸ਼ੇ ਵਿਕਾਰਾਂ ਦੇ ਵਿੱਚ ਫਸਿਆ ਹੋਇਆ ਹੈ। ਮਹਾਰਾਜ ਕਹਿੰਦੇ ਰੱਬ ਉਹਨੂੰ ਹੀ ਪਿਆਰਾ ਲੱਗਦਾ ਹੈ, ਪਰਮਾਤਮਾ ਦਾ ਨਾਮ ਉਹਨੂੰ ਹੀ ਪਿਆਰਾ ਲੱਗਦਾ ਹੈ ਜਿਹਦਾ ਮਨ ਪਰਮਾਤਮਾ ਦੇ ਨਾਮ ਵਿੱਚ ਵਿਝ ਗਿਆ, ਭਾਵ ਜਿਹੜਾ ਪਰਮਾਤਮਾ ਦੇ ਨਾਮ ਵਿੱਚ ਇਕਮਿਕ ਹੋ ਗਿਆ। ਆਪਾਂ ਜਦੋਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹਦੇ ਹਾਂ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚੋਂ ਇੱਕ ਦੋ ਬਚਨ ਮੈਂ ਆਪ ਜੀ ਦੇ ਨਾਲ ਸਾਂਝੇ ਕਰਨ ਲੱਗਾ ਵੀ ਵਾਕਿਆ ਜਿਨ੍ਹਾਂ ਦਾ ਮਨ ਪਰਮਾਤਮਾ ਦੇ ਨਾਮ ਵਿੱਚ ਵਿਝ ਗਿਆ, ਪਰਮਾਤਮਾ ਦੇ ਨਾਮ ਨਾਲ ਇਕਮਿਕ ਹੋ ਗਿਆ, ਜਿਨ੍ਹਾਂ ਦਾ ਪਰਮਾਤਮਾ ਦੇ ਨਾਲ ਜਿਨ੍ਹਾਂ ਦੀ ਗੂੜੀ ਸਾਂਝ ਬਣ ਗਈ, ਉਹ ਫਿਰ ਪਰਮਾਤਮਾ ਤੋਂ ਬਿਨਾਂ, ਗੁਰੂ ਤੋਂ ਬਿਨਾਂ ਰਹਿ ਨਹੀਂ ਸਕਦੇ। ਉਹਨਾਂ ਦੀ ਫਿਰ ਅਵਸਥਾ ਕੀ ਬਣ ਜਾਂਦੀ ਹੈ? ਉਹਨਾਂ ਦੀ ਅਵਸਥਾ ਬਣ ਜਾਂਦੀ ਹੈ ਦਰਸ਼ਨ ਦੇਖ ਜੀਵਾ ਗੁਰ ਤੇਰਾ, ਪੂਰਨ ਕਰਮ ਹੋਵੇ ਪ੍ਰਭ ਮੇਰਾ। ਉਹਨਾਂ ਦੀ ਅਵਸਥਾ ਬਣ ਜਾਂਦੀ ਹੈ ਮੇਰਾ ਮਨ ਲੋਚੈ ਦਰਸ਼ਨ ਤਾਈ, ਬਿਲਪ ਕਰੈ ਚਾਤ੍ਰਿਕ ਕੀ ਨਿਆਈ, ਤ੍ਰਿਖਾ ਨਾ ਉਤਰੈ ਸ਼ਾਂਤ ਨਾ ਆਵੈ, ਬਿਨ ਦਰਸ਼ਨ ਸੰਤ ਹਰੇ ਜੀਓ। ਉਹ ਫਿਰ ਗੁਰੂ ਤੋਂ ਬਿਨਾ, ਪਰਮਾਤਮਾ ਤੋਂ ਬਿਨਾ ਰਹਿ ਨਹੀਂ ਸਕਦੇ। ਹੁਣ ਵੇਖੋ, ਜੇ ਆਪਾਂ ਗੁਰੂ ਨਾਨਕ ਸਾਹਿਬ ਦੀ ਗੱਲ ਕਰੀਏ ਤੇ ਆਪਾਂ ਗੁਰੂ ਨਾਨਕ ਸਾਹਿਬ ਦੇ ਰਹਿ ਰਾਸ ਦੇ ਵਿੱਚ ਬਚਨ ਪੜ੍ਹਦੇ ਆ, ਕਿੰਨਾ ਪਿਆਰ ਹੈ ਗੁਰੂ ਨਾਨਕ ਸਾਹਿਬ ਦਾ ਉਸ ਰੱਬ ਦੇ ਨਾਲ। ਮਹਾਰਾਜ ਕਹਿੰਦੇ ਨੇ ਆਖਾਂ ਜੀਵਾਂ, ਗੁਰੂ ਨਾਨਕ ਸਾਹਿਬ ਕਹਿੰਦੇ ਹੇ ਰੱਬ ਜੀ, ਹੇ ਪਰਮਾਤਮਾ ਜੀ, ਜੇ ਤੇ ਮੈਂ ਤੁਹਾਡਾ ਨਾਮ ਜਪਦਾ ਆ ਤੇ ਮੈਂ ਜਿਉਂਦਾ ਆ, ਵਿਸਰੈ ਮਰ ਜਾਉ। ਪਰਮਾਤਮਾ ਇੱਕ ਸਕਿੰਟ ਮੈਨੂੰ ਤੇਰਾ ਨਾਮ ਵਿਸਰ ਜਾਵੇ ਤੇ ਮੇਰੀ ਆਤਮਿਕ ਮੌਤ ਹੋ ਜਾਂਦੀ ਹੈ, ਮੇਰੀ ਆਤਮਿਕ ਮੌਤ ਹੋ ਜਾਂਦੀ ਹੈ। ਤੇ ਮਹਾਰਾਜ ਨੇ ਬਾਣੀ ਦੇ ਵਿੱਚ ਕਿਹਾ ਜਿਹੜਾ ਪਰਮਾਤਮਾ ਨੂੰ ਪਿਆਰ ਕਰਦਾ ਹੈ, ਜਿਹਦਾ ਮਨ ਵਿਝ ਗਿਆ, ਉਹ ਪਰਮਾਤਮਾ ਤੋਂ ਬਿਨਾ ਨਹੀਂ ਰਹਿ ਸਕਦਾ, ਉਹ ਵਾਹਿਗੁਰੂ ਤੋਂ ਬਿਨਾ ਨਹੀਂ ਰਹਿ ਸਕਦਾ। ਤੇ ਅੱਗੇ ਮਹਾਰਾਜ ਕਹਿੰਦੇ ਨਾਮ ਝਕੋਲੇ RAM, ਫਿਰ ਉਹਦਾ ਮਨ ਜਿਹੜਾ ਹੈ ਉਹ ਮੋਹ ਮਾਇਆ ਵਾਲੇ ਪਾਸੇ ਨਹੀਂ ਜਾਂਦਾ, ਉਹਦਾ ਮਨ ਸਦਾ ਹੀ ਪਰਮਾਤਮਾ ਦੇ ਨਾਮ ਦੇ ਵਿੱਚ ਚੁੱਭੀਆਂ ਲਾਉਂਦਾ ਹੈ। ਗੁਰਮਤ ਮਨ ਠਹਿਰਾਈਐ ਮੇਰੀ ਜਿੰਦੜੀਏ, ਅਨੰਤ ਨਾ ਕਾਹੂ ਡੋਲੇ RAM। ਹੁਣ ਸਾਧ ਸੰਗਤ ਜਿਹਦਾ ਮਨ ਪਰਮਾਤਮਾ ਦੇ ਨਾਮ ਵਿੱਚ ਵਿਝ ਗਿਆ, ਜਿਹਦਾ ਰੱਬ ਦੇ ਨਾਲ ਪਿਆਰ ਪੈ ਗਿਆ, ਜਿਹਦਾ ਮਨ 24 ਘੰਟੇ ਪਰਮਾਤਮਾ ਦੇ ਨਾਮ ਵਿੱਚ ਚੁੱਭੀਆਂ ਲਾਉਂਦਾ ਹੈ, ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਗੁਰੂ ਦੀ ਕਿਰਪਾ ਦੇ ਨਾਲ ਫਿਰ ਉਹਦਾ ਮਨ ਜਿਹੜਾ ਹੈ ਟਿਕ ਜਾਂਦਾ ਹੈ। ਮਨ ਜਿਹੜਾ ਹੈ
ਉਹ ਟਿਕ ਜਾਂਦਾ ਹੈ। ਭਾਵ ਮਨ ਜਿਹੜਾ ਹੈ ਉਹ ਵਿਕਾਰਾਂ ਵਾਲੇ ਪਾਸੇ ਦੌੜਦਾ ਨਹੀਂ, ਮਨ ਜਿਹੜਾ ਹੈ ਉਹ ਡੋਲਦਾ ਨਹੀਂ। ਹੁਣ ਸਾਧ ਸੰਗਤ ਵੇਖੋ, ਸਾਡੇ ਅੰਦਰ 5 ਵਿਕਾਰ ਨੇ। ਉਹ 5 ਵਿਕਾਰ ਕਿਹੜੇ ਨੇ? ਕਾਮ, ਕ੍ਰੋਧ, ਲੋਭ, ਮੋਹ ਤੇ ਹੰਕਾਰ। ਹੁਣ ਜਦੋਂ ਆਪਾਂ ਗੁਰੂ ਸਾਹਿਬ ਦੀ ਬਾਣੀ ਪੜ੍ਹਦੇ ਆ ਨਾ, ਮਹਾਰਾਜ ਕਹਿੰਦੇ ਨੇ ਇਹਨਾਂ 5 ਵਿਕਾਰਾਂ ਨੇ ਤੇਰੇ ਮਨ ਨੂੰ ਵਿਗਾੜਿਆ ਹੋਇਆ ਹੈ। ਇਹਨਾਂ 5 ਵਿਕਾਰਾਂ ਨੇ ਹੀ ਤੈਨੂੰ ਪ੍ਰਮਾਤਮਾ ਤੋਂ ਦੂਰ ਕੀਤਾ ਹੋਇਆ ਹੈ। ਇਨ ਪੰਚਨ ਮੇਰਾ ਮਨ ਜੋ ਵਿਗਾਰਿਓ, ਪਲ ਪਲ ਹਰ ਜੀਤੇ ਅੰਤਰ ਪਾਰਿਓ। ਇਹ ਜਿਹੜੇ 5 ਵਿਕਾਰ ਨੇ ਨਾ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਜਿਹੜੇ ਸਾਡੇ ਅੰਦਰ ਨੇ, ਗੁਰੂ ਸਾਹਿਬ ਕਹਿੰਦੇ ਇਹਨਾਂ 5 ਵਿਕਾਰਾਂ ਨੇ ਤੇਰੇ ਮਨ ਨੂੰ ਵਿਗਾੜਿਆ ਹੋਇਆ ਹੈ। ਇਹਨਾਂ 5 ਵਿਕਾਰਾਂ ਨੇ ਤੇਰੇ ਮਨ ਨੂੰ ਗਲਤ ਰਾਹ ਤੇ ਪਾਇਆ ਹੈ ਤੇ ਇਹਨਾਂ 5 ਵਿਕਾਰਾਂ ਨੇ ਹੀ ਤੈਨੂੰ ਪਰਮਾਤਮਾ ਤੋਂ ਦੂਰ ਕੀਤਾ ਹੋਇਆ ਹੈ, ਵਾਹਿਗੁਰੂ ਤੋਂ ਦੂਰ ਕੀਤਾ ਹੋਇਆ ਹੈ। ਤੇ ਮਹਾਰਾਜ ਕਹਿੰਦੇ ਜੇ ਤੂੰ ਗੁਰੂ ਦੀ ਸ਼ਰਨ ਦੇ ਵਿੱਚ ਆ ਜਾਵੇਂਗਾ ਨਾ, ਗੁਰੂ ਦੀ ਸ਼ਰਨ ਵਿੱਚ ਆ ਜਾਵੇਂਗਾ, ਗੁਰੂ ਦੀ ਮੱਤ ਨੂੰ ਤੂੰ ਆਪਣੇ ਹਿਰਦੇ ਵਿੱਚ ਵਸਾ ਲਵੇਂਗਾ, ਤੇ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਫਿਰ ਤੇਰਾ ਮਨ ਜਿਹੜਾ ਹੈ ਉਹ ਡੋਲੇਗਾ ਨਹੀਂ, ਤੇਰਾ ਮਨ ਡੋਲੇਗਾ ਨਹੀਂ। ਤੇ ਮੈਂ ਬੇਨਤੀ ਕਰਾਂ, ਇਹਨਾਂ ਵਿਕਾਰਾਂ ਤੋਂ ਸਾਨੂੰ ਜੇ ਕੋਈ ਬਚਾ ਸਕਦਾ ਹੈ ਨਾ, ਉਹ ਕੇਵਲ ਤੇ ਕੇਵਲ ਮੇਰਾ ਗੁਰੂ ਬਚਾ ਸਕਦਾ ਹੈ, ਕੇਵਲ ਤੇ ਕੇਵਲ ਮੇਰਾ ਗੁਰੂ ਬਚਾ ਸਕਦਾ ਹੈ। ਗੁਰੂ ਗ੍ਰੰਥ ਸਾਹਿਬ ਦੀ ਪਾਵਨ ਬਾਣੀ ਪੜ੍ਹੋ। ਪਾਵਨ ਬਾਣੀ ਦੇ ਵਿੱਚ ਬਚਨ ਆਉਂਦੇ ਨੇ, ਮਹਾਰਾਜ ਕਹਿੰਦੇ ਨੇ ਰਾਖ ਪਿਤਾ ਪ੍ਰਭ ਮੇਰੇ, ਮੋਹਿ ਨਿਰਗੁਣ ਸਭ ਗੁਣ ਤੇਰੇ, ਪੰਚ ਬਿਖਾਦੀ ਏਕ ਗਰੀਬਾ। 5 ਵਿਕਾਰ ਨੇ, ਪੰਚ ਬਿਖਾਦੀ ਏਕ ਗਰੀਬਾ, ਰਾਖੋ ਰਾਖਣ ਹਾਰੇ, ਖੇਦ ਕਰੇ ਅਰ ਬਹੁਤ ਸੰਤਾਵੈ ਆਇਓ ਸ਼ਰਨ ਤੁਹਾਰੇ, ਕਰ ਕਰ ਹਾਰਿਓ ਅਨਿਕ ਬਹੁ ਭਾਂਤੀ, ਛੋੜੈ ਕਤਹੂ ਨਾਹੀ, ਏਕ ਬਾਤ ਸੁਣ ਤਾਂ ਕੀ ਓਟਾ, ਸਾਧ ਸੰਗ ਮਿਟ ਜਾਹੀ। ਮਹਾਰਾਜ ਕਹਿੰਦੇ ਜਿਹੜੇ ਵਿਕਾਰ ਮੈਨੂੰ ਤੰਗ ਕਰਦੇ ਸੀ, ਜਿਨ੍ਹਾਂ ਨੇ ਮੈਨੂੰ ਬੜਾ ਦੁਖੀ ਕੀਤਾ ਹੋਇਆ ਸੀ, ਜਦੋਂ ਮੈਂ ਆਪਣੇ ਗੁਰੂ ਦੀ ਸ਼ਰਨ ਦੇ ਵਿੱਚ ਆ ਗਿਆ, ਮੇਰੇ ਗੁਰੂ ਨੇ ਕਿਰਪਾ ਕਰ ਦਿੱਤੀ, ਉਹਨਾਂ ਵਿਕਾਰਾਂ ਨੂੰ ਮੇਰੇ ਅੰਦਰੋਂ ਦੂਰ ਕਰ ਦਿੱਤਾ। ਕਾਮ ਕ੍ਰੋਧ ਨਗਰ ਬਹੁ ਭਰਿਆ, ਮਿਲ ਸਾਧੂ ਖੰਡਲ ਖੰਡਾ ਹੈ। ਇਹ ਸਾਡਾ ਸਰੀਰ ਜਿਹੜਾ ਹੈ ਇਹ ਵਿਸ਼ੇ ਵਿਕਾਰਾਂ ਦੇ ਨਾਲ ਭਰਿਆ ਹੋਇਆ ਹੈ, ਪਰ ਸੱਚ ਜਾਣਿਓ, ਸਾਧੂ ਭਾਵ ਜਦੋਂ ਅਸੀਂ ਗੁਰੂ ਦੇ ਕੋਲ ਆ ਜਾਵਾਂਗੇ ਤੇ ਸਾਡਾ ਜੀਵਨ ਜਿਹੜਾ ਹੈ ਉਹ ਸੋਹਣਾ ਬਣ ਜਾਵੇਗਾ, ਸਾਡਾ ਜੀਵਨ ਭਾਗਾਂ ਵਾਲਾ ਬਣ ਜਾਵੇਗਾ। ਵਿਸ਼ੇ ਵਿਕਾਰਾਂ ਤੋਂ ਅਸੀਂ ਮੁਕਤ ਹੋ ਜਾਵਾਂਗੇ, ਵਿਸ਼ੇ ਵਿਕਾਰਾਂ ਤੋਂ ਅਸੀਂ ਮੁਕਤ ਹੋ ਜਾਵਾਂਗੇ। ਤੇ ਇਹ ਸਾਰੀ ਕਿਰਪਾ ਜਿਹੜੀ ਹੈ ਇਹ ਤਾਂ ਹੀ ਹੁੰਦੀ ਹੈ ਜੇ ਅਸੀਂ ਗੁਰੂ ਦੀ ਮੱਤ ਨੂੰ ਆਪਣੇ ਹਿਰਦੇ ਵਿੱਚ ਧਾਰਨ ਕਰਾਂਗੇ। ਹੁਣ ਵੇਖੋ ਸਾਧ ਸੰਗਤ, ਸਰਦਾਰ ਹਰੀ ਸਿੰਘ ਨਲੂਆ, ਕਿੰਨੀ ਕਿਰਪਾ ਸੀ ਉਹਦੇ ਤੇ ਪਰਮਾਤਮਾ ਦੀ। ਗੁਰੂ ਦੀ ਮੱਤ ਨੂੰ ਧਾਰਨ ਕੀਤਾ ਹੋਇਆ ਸੀ ਨਾ, ਗੁਰੂ ਦੀ ਮੱਤ ਨੂੰ ਧਾਰਨ ਕੀਤਾ ਹੋਇਆ ਸੀ। ਜਦੋਂ ਅਫਗਾਨਿਸਤਾਨ ਨੂੰ ਫਤਿਹ ਕੀਤਾ ਨਾ ਸਰਦਾਰ ਹਰੀ ਸਿੰਘ ਨਲੂਏ ਨੇ, ਅਫਗਾਨਿਸਤਾਨ ਨੂੰ ਫਤਿਹ ਕੀਤਾ, ਅਫਗਾਨਿਸਤਾਨ ਨੂੰ ਜਿੱਤ ਲਿਆ। ਤੇ ਸਾਧ ਸੰਗਤ ਮੈਂ ਬੇਨਤੀ ਕਰਾਂ, ਅੱਜ ਤੱਕ ਕੋਈ ਵੀ ਅਫਗਾਨਿਸਤਾਨ ਨੂੰ ਜਿੱਤ ਨਹੀਂ ਸਕਿਆ, ਕਿਉਂਕਿ ਦੁਨੀਆ ਦਾ ਸਭ ਤੋਂ ਤਾਕਤਵਰ ਮੁਲਕ ਮੰਨਿਆ ਜਾਂਦਾ, ਕੋਈ ਵੀ ਅਫਗਾਨਿਸਤਾਨ ਨੂੰ ਜਿੱਤ ਨਹੀਂ ਸਕਿਆ। ਜੇ ਕਿਸੇ ਨੇ ਅਫਗਾਨਿਸਤਾਨ ਨੂੰ ਜਿੱਤਿਆ ਸੀ ਤੇ ਉਹ ਸਰਦਾਰ ਹਰੀ ਸਿੰਘ ਨਲੂਏ ਨੇ ਜਿੱਤਿਆ ਸੀ। ਤੇ ਉਸੇ ਅਫਗਾਨਿਸਤਾਨ ਦੀ ਉੱਥੋਂ ਦੀ ਇੱਕ ਔਰਤ ਸੀ ਜਿਨੇ ਇਹ ਗੱਲ ਕਹੀ ਸੀ ਕਿ ਬੰਦਾ ਭਾਵੇਂ ਜਿੰਨਾ ਮਰਜ਼ੀ ਤਾਕਤਵਰ ਹੋਵੇ, ਪਰ ਔਰਤ ਤੇ ਆ ਕੇ ਉਹਦਾ ਈਮਾਨ ਡੋਲ ਜਾਂਦਾ ਹੈ, ਔਰਤ ਤੇ ਆ ਕੇ ਉਹ ਡੋਲ ਜਾਂਦਾ, ਆਪਣੇ ਰਸਤੇ ਤੋਂ ਭਟਕ ਜਾਂਦਾ ਹੈ। ਹੁਣ ਸਾਧ ਸੰਗਤ ਧਿਆਨ ਦੇਣਾ, ਹਰੀ ਸਿੰਘ ਨਲੂਏ ਦਾ ਈਮਾਨ ਡਲਾਉਣ ਵਾਸਤੇ ਬਾਨੋ ਸਰਦਾਰ ਹਰੀ ਸਿੰਘ ਨਲੂਏ ਦੇ ਕੋਲ ਗਏ, ਸਰਦਾਰ ਹਰੀ ਸਿੰਘ ਨਲੂਏ ਦੇ ਕੋਲ ਗਈ। ਤੇ ਜਦੋਂ ਇਹਨੇ ਜਾ ਕੇ ਸਰਦਾਰ ਹਰੀ ਸਿੰਘ ਨਲੂਏ ਨੂੰ ਵੇਖਿਆ ਨਾ, ਉਹਦੀ ਪਰਸਨੈਲਿਟੀ ਵੇਖੀ, ਕਹਿੰਦੇ ਇਤਿਹਾਸ ਕਹਿੰਦਾ ਵੀ ਬਹੁਤ ਸੋਹਣਾ ਸੀ ਸਰਦਾਰ ਹਰੀ ਸਿੰਘ ਨਲੂਆ। ਜਦੋਂ ਇਹਨੇ ਹਰੀ ਸਿੰਘ ਨਲੂਏ ਨੂੰ ਵੇਖਿਆ ਤੇ ਇਹਦਾ ਮਨ ਬੇਈਮਾਨ ਹੋ ਗਿਆ, ਇਹਦਾ ਮਨ ਬੇਈਮਾਨ ਹੋ ਗਿਆ। ਤੇ ਇਹ ਬਾਨੋ ਸਰਦਾਰ ਹਰੀ ਸਿੰਘ ਨਲੂਏ ਨੂੰ ਕਹਿੰਦੀ ਹੈ, ਮੈਨੂੰ ਆਪਣੀ ਕੁੱਖ ਤੋਂ ਤੇਰਾ ਪੁੱਤਰ ਚਾਹੀਦਾ ਹੈ, ਭਾਵ ਮੇਰੇ ਨਾਲ ਵਿਆਹ ਕਰ, ਮੇਰੇ ਨਾਲ ਨਿਕਾਹ ਕਰ, ਮੈਨੂੰ ਆਪਣੀ ਕੁੱਖ ਤੋਂ ਤੇਰਾ ਪੁੱਤਰ ਚਾਹੀਦਾ ਹੈ। ਤੇ ਸਰਦਾਰ ਹਰੀ ਸਿੰਘ ਨਲੂਆ ਕਹਿੰਦਾ, ਬਾਨੋ ਜਾ, ਚਲੀ ਜਾ,
ਨਹੀਂ ਤੇ ਮੈਂ ਤੇਰੀ ਗਰਦਨ ਤੇਰੇ ਧੜ ਤੋਂ ਅਲੱਗ ਕਰ ਦਵਾਂਗਾ। ਤੂੰ ਆਹ ਸ਼ਬਦ ਕਹਿ ਦਿੱਤਾ, ਆਹ ਕਿੱਦਾਂ ਕਹਿ ਦਿੱਤੇ, ਆਹ ਸ਼ਬਦ ਕਹਿ ਕਿੱਦਾਂ ਦਿੱਤੇ। ਹੁਣ ਸਾਧ ਸੰਗਤ, ਜਦੋਂ ਬਾਨੋ ਚੱਲੀ ਹੈ ਨਾ, ਜਦੋਂ ਬਾਨੋ ਚੱਲੀ ਹੈ ਤੇ ਉਹਨੇ ਇੱਕ ਗੱਲ ਕਹੀ, ਉਹ ਕਹਿੰਦੀ ਮੈਂ ਸੁਣਿਆ ਗੁਰੂ ਨਾਨਕ ਦੇ ਘਰ ਵਿੱਚੋਂ ਅੱਜ ਤੱਕ ਕੋਈ ਖਾਲੀ ਨਹੀਂ ਮੁੜ ਕੇ ਗਿਆ। ਤੇ ਜਦੋਂ ਗੁਰੂ ਨਾਨਕ ਦਾ ਵਾਸਤਾ ਪਾਇਆ ਸਰਦਾਰ ਹਰੀ ਸਿੰਘ ਨਲੂਆ ਕਹਿੰਦਾ ਬਾਨੋ ਮੇਰੀ ਗੱਲ ਸੁਣ, ਤੂੰ ਗੁਰੂ ਨਾਨਕ ਦਾ ਵਾਸਤਾ ਪਾਇਆ, ਗੁਰੂ ਨਾਨਕ ਦਾ, ਤੂੰ ਕਿਆ ਗੁਰੂ ਨਾਨਕ ਦੇ ਘਰ ਚੋਂ ਕੋਈ ਖਾਲੀ ਨਹੀਂ ਜਾਂਦਾ? ਤੈਨੂੰ ਮੇਰੇ ਵਰਗਾ ਪੁੱਤ ਚਾਹੀਦਾ ਹੈ ਨਾ? ਸੱਚ ਜਾਣਿਓ ਭਾਗਾਂ ਵਾਲਿਓ, ਆਪਣਾ ਕਮਰ ਕੱਸਾ ਖੋਲਿਆ ਸਰਦਾਰ ਹਰੀ ਸਿੰਘ ਨਲੂਏ ਨੇ, ਆਪਣਾ ਕਮਰ ਕੱਸਾ ਖੋਲਿਆ ਤੇ ਉਹ ਕਮਰ ਕੱਸਾ ਬਾਨੋ ਦੇ ਸਿਰ ਦੇ ਉੱਤੇ ਦੇ ਦਿੱਤਾ। ਉਹ ਕਹਿੰਦਾ ਤੈਨੂੰ ਮੇਰੇ ਵਰਗਾ ਪੁੱਤ ਚਾਹੀਦਾ ਏ, ਅੱਜ ਤੋਂ ਤੂੰ ਮੇਰੀ ਧਰਮ ਦੀ ਮਾਂ ਤੇ ਮੈਂ ਤੇਰਾ ਧਰਮ ਦਾ ਪੁੱਤ। ਇਹਨੂੰ ਕਹਿੰਦੇ ਨੇ ਜਦੋਂ ਗੁਰੂ ਦੀ ਕਿਰਪਾ ਹੁੰਦੀ ਏ, ਜਦੋਂ ਬੰਦਾ ਗੁਰਮਤ ਨੂੰ ਆਪਣੇ ਹਿਰਦੇ ਵਿੱਚ ਵਸਾ ਕੇ ਰੱਖਦਾ ਹੈ, ਫਿਰ ਮਨ ਜਿਹੜਾ ਹੈ ਉਹ ਡੋਲਦਾ ਨਹੀਂ। ਇਸੇ ਕਰਕੇ ਸਾਧ ਸੰਗਤ, ਉਹਨਾਂ ਸਮਿਆਂ ਦੇ ਵਿੱਚ ਕੁਝ ਬੋਲ ਬੋਲੇ ਜਾਂਦੇ ਸੀ ਸਿੱਖਾਂ ਦੇ ਪ੍ਰਤੀ, ਆਏ ਨੇ ਨਿਹੰਗ ਬੂਹਾ ਖੋਲ ਦੇ ਨਸੰਗ। 18ਵੀਂ ਸਦੀ ਦੇ ਬੋਲੇ ਨੇ ਇਹ, ਪੀਤੀਏ ਜਾ ਕੋਈ ਗੱਲ ਨਹੀਂ ਬੂਹਾ ਖੋਲ ਦੇ। ਕਿਉਂ? ਕਿਉਂਕਿ ਬਾਹਰ ਗੁਰੂ ਨਾਨਕ ਦਾ ਸਿੱਖ ਆਇਆ ਹੈ, ਗੁਰੂ ਨਾਨਕ ਦੇ ਸਿੱਖ ਦਾ ਕਿਰਦਾਰ ਬੜਾ ਉੱਚਾ ਹੈ, ਤੈਨੂੰ ਡਰਨ ਦੀ ਲੋੜ ਨਹੀਂ। ਸ਼ਈ ਮੋੜੀ ਬਾਬਾ ਕੱਛ ਵਾਲਿਆ, ਰਨ ਗਈ ਰਨ ਬਸਰੇ ਨੂੰ ਗਈ। ਸੱਚ ਜਾਣਿਓ ਭਾਗਾਂ ਵਾਲਿਓ, ਉਹਨਾਂ ਸਮਿਆਂ ਦੇ ਵਿੱਚ ਕੋਈ ਵੀ ਧੀ ਭੈਣ ਕਿਸੇ ਸਿੱਖ ਨੂੰ ਦੇਖ ਲੈਂਦੀ ਸੀ ਨਾ, ਕੱਲੀ ਕਿਸੇ ਸਿੱਖ ਨੂੰ ਦੇਖ ਲੈਂਦੀ ਸੀ, ਉਹ ਕਹਿੰਦੀ ਮੇਰਾ ਡਰ ਖਤਮ ਹੋ ਗਿਆ, ਮੇਰੀ ਹਿਫਾਜ਼ਤ ਕਰਨ ਵਾਲਾ ਆ ਗਿਆ, ਮੇਰਾ ਮਾਂ ਪਿਓ ਆ ਗਿਆ। ਇਸੇ ਕਰਕੇ ਸਾਧ ਸੰਗਤ, ਅਹਿਮਦ ਸ਼ਾਹ ਅਬਦਾਲੀ ਦੇ ਦਰਬਾਰੀ ਕਵੀ ਨੇ ਸਿੱਖਾਂ ਦੀ ਉਸਤਤ ਕੀਤੀ ਸੀ। ਉਹ ਕਹਿੰਦਾ ਕਿੰਨ ਕੁਸ਼ੰਦ ਨਾ ਮਰਦਰਾ ਹੇਚਗਾ, ਗਰੇ ਜ਼ੰਦਾ ਨਾ ਹਮ ਨਾ ਗੀਰੰਦਰਾਰ, ਜ਼ਰੋ ਜ਼ੇਵਰ ਜ਼ਨ ਬਤਾਰਾਜ਼ ਨੀਜ਼, ਨਗੀਰੰਦ ਗਰੂ ਮਹਿਰੋ ਹਸਤੋ ਕਨੀਜ਼, ਜਨਾ ਹਮ ਨਾ ਬਾਸ਼ਦ ਮਿਆਨੇ ਸਗਾ, ਨਾ ਦੁਸਦੀ ਬਵਦਗਾਰੇ ਹੀ ਬਦਰਗਾ। ਉਹ ਕਹਿੰਦਾ ਸਿੱਖ ਵਿਕਾਰੀ ਨਹੀਂ ਹੁੰਦੇ, ਸਿੱਖ ਵਿਕਾਰੀ ਨਹੀਂ ਹੁੰਦੇ। ਅਗਲੀ ਗੱਲ ਉਹ ਕਹਿੰਦਾ ਹੈ, ਕਹਿੰਦਾ ਸਿੱਖ ਕਿਸੇ ਬਜ਼ੁਰਗ ਤੇ ਵਾਰ ਨਹੀਂ ਕਰਦੇ, ਸਿੱਖ ਕਿਸੇ ਔਰਤ ਤੇ ਵਾਰ ਨਹੀਂ ਕਰਦੇ, ਸਿੱਖ ਕਿਸੇ ਬੱਚੇ ਤੇ ਵਾਰ ਨਹੀਂ ਕਰਦੇ, ਇੱਥੋਂ ਤੱਕ ਸਿੱਖ ਜਿਹੜੇ ਨੇ ਉਹ ਕਿਸੇ ਨਿਹੱਥੇ ਤੇ ਵਾਰ ਨਹੀਂ ਕਰਦੇ। ਕਾਜੀ ਨੂਰ ਮੁਹੰਮਦ ਆਪਣੇ ਇਸ ਫਾਰਸੀ ਨਾਮੇ ਦੇ ਵਿੱਚ ਕਹਿੰਦਾ ਏ, ਇਸ ਦੁਨੀਆ ਦੇ ਵਿੱਚ ਸਭ ਤੋਂ ਕੋਈ ਉੱਚੇ ਤੇ ਸੁੱਚੇ ਕਿਰਦਾਰ ਵਾਲਾ ਜੇਕਰ ਮੈਂ ਕੋਈ ਵੇਖਿਆ ਹੈ ਤੇ ਉਹ ਗੁਰੂ ਨਾਨਕ ਦਾ ਸਿੱਖ ਵੇਖਿਆ ਹੈ, ਉਹ ਗੁਰੂ ਨਾਨਕ ਦਾ ਸਿੱਖ ਵੇਖਿਆ ਹੈ। ਤੇ ਇਹ ਬਖਸ਼ਿਸ਼ ਕਿੱਦਾਂ ਹੁੰਦੀ ਹੈ? ਮਹਾਰਾਜ ਕਹਿੰਦੇ ਗੁਰਮਤ ਮਨ ਠਹਿਰਾਈ ਹੈ ਮੇਰੀ ਜਿੰਦੜੀਏ, ਅਨੰਤ ਨਾ ਕਾਹੂ ਡੋਲੇ ਰਾਮ। ਜਦੋਂ ਬੰਦਾ ਗੁਰਮਤ ਤੇ ਪਹਿਰਾ ਦਿੰਦਾ ਹੈ, ਗੁਰੂ ਦੀ ਮੱਤ ਆਪਣੇ ਹਿਰਦੇ ਵਿੱਚ ਵਸਾ ਲੈਂਦਾ ਹੈ, ਫਿਰ ਉਹਦਾ ਮਨ ਡੋਲਦਾ ਨਹੀਂ। ਮਨ ਚਿੰਦੜਾ ਫਲ ਪਾਇਆ ਹਰ ਪ੍ਰਭ, ਗੁਣ ਨਾਨਕ ਬਾਣੀ ਬੋਲੇ ਰਾਮ। ਜਿਹਦੇ ਹਿਰਦੇ ਦੇ ਵਿੱਚ ਪਰਮਾਤਮਾ ਵਸ ਗਿਆ, ਜਿਹਦੇ ਹਿਰਦੇ ਦੇ ਵਿੱਚ ਵਾਹਿਗੁਰੂ ਵਸ ਗਿਆ, ਜਿਹੜਾ ਉਸ ਰੱਬੀ ਬਾਣੀ ਨੂੰ ਉਚਾਰਨ ਕਰਦਾ ਹੈ, ਰੱਬੀ ਬਾਣੀ ਨੂੰ ਗਾਉਂਦਾ ਹੈ, ਮਹਾਰਾਜ ਕਹਿੰਦੇ ਨੇ ਫਿਰ ਮਨ ਚਿੰਦੇੜਾ ਫਲ ਪਾਇਆ, ਉਹਨੂੰ ਸਾਰਾ ਕੁਝ ਪ੍ਰਾਪਤ ਹੋ ਜਾਂਦਾ ਹੈ, ਉਹਨੂੰ ਸਾਰਾ ਕੁਝ ਪ੍ਰਾਪਤ ਹੋ ਜਾਂਦਾ। ਕਹਿਣ ਤੋਂ ਭਾਵ ਜਿਹੜਾ ਰੱਬ ਦੀ ਭਗਤੀ ਕਰਦਾ ਹੈ ਨਾ, ਪਰਮਾਤਮਾ ਦੀ ਭਗਤੀ ਕਰਦਾ ਹੈ, ਸੱਚ ਜਾਣਿਓ ਸਾਧ ਸੰਗਤ, ਉਹਨੂੰ ਜ਼ਿੰਦਗੀ 'ਚ ਕਿਸੇ ਚੀਜ਼ ਦਾ ਘਾਟਾ ਨਹੀਂ ਰਹਿ ਜਾਂਦਾ। ਮਹਾਰਾਜ ਪਾਵਨ ਬਾਣੀ ਦੇ ਵਿੱਚ ਵੀ ਕਹਿੰਦੇ ਨੇ, ਜੋ ਮੰਗੈ ਠਾਕੁਰ ਆਪਣੇ ਤੇ ਸੋਈ ਸੋਈ ਦੇਵੈ। ਜਿਹੜਾ ਰੱਬ ਦੀ ਭਗਤੀ ਕਰਦਾ ਹੈ, ਪਰਮਾਤਮਾ ਦੀ ਭਗਤੀ ਕਰਦਾ ਹੈ, ਬਾਣੀ ਪੜ੍ਹਦਾ ਹੈ, ਬਾਣੀ ਸੁਣਦਾ ਹੈ, ਬਾਣੀ ਗਾਉਂਦਾ ਹੈ, ਮਹਾਰਾਜ ਕਹਿੰਦੇ ਗੁਰੂ ਉਹਦੀਆਂ ਝੋਲੀਆਂ ਭਰ ਦਿੰਦਾ ਹੈ, ਗੁਰੂ ਉਹਨੂੰ ਜ਼ਿੰਦਗੀ 'ਚ ਕਿਸੇ ਚੀਜ਼ ਦਾ ਘਾਟਾ ਨਹੀਂ ਰਹਿਣ ਦਿੰਦਾ। ਜੋ ਮੰਗੈ ਠਾਕੁਰ ਆਪਣੇ ਤੇ ਸੋਈ ਸੋਈ ਦੇਵੈ। ਜਾਂ ਪਾਵਨ ਬਾਣੀ 'ਚ ਬਚਨ ਆਉਂਦੇ ਨੇ, ਇੱਛਾ ਪੂਰਕ ਸਰਬ ਸੁਖ ਦਾਤਾ ਹਰ, ਜਾਂ ਕੇ ਵਸ ਹੈ ਕਾਮ ਤੇ ਨਾ, ਸੋ ਐਸਾ ਹਰ ਧਿਆਈਐ ਮੇਰੇ ਜੀੜੇ, ਤਾਂ ਸਰਬ ਸੁਖ ਪਾਵੈ ਮੇਰੇ ਮਨ। ਮਹਾਰਾਜ ਕਹਿੰਦੇ ਜੋ ਮੰਗੈ ਸੋਈ ਸੋਈ ਪਾਵੈ, ਸੇਵ ਹਰ ਕੇ ਚਰਨ ਪਰਾਇਣ, ਅਬਨਾਸੀ ਖੇਮ ਚਾਹੇ ਜੇ ਨਾਨਕ, ਸਦਾ ਸਿਮਰ ਨਾਰਾਇਣ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਉਹਨੂੰ ਮਨ ਚਿੰਦਿਆੜਾ ਫਲ ਪ੍ਰਾਪਤ ਹੋ ਜਾਂਦਾ ਹੈ। ਕਿਹਨੂੰ?
ਜਿਹੜਾ ਰੱਬ ਦੀ ਭਗਤੀ ਕਰਦਾ ਹੈ, ਜਿਹੜਾ ਉਸ ਰੱਬੀ ਬਾਣੀ ਨੂੰ ਗਾਉਂਦਾ ਹੈ। ਗੁਰਮਤਿ ਮਨ ਅੰਮ੍ਰਿਤ ਬੁੱਠੜਾ ਮੇਰੇ ਜਿੰਦੜੀਏ, ਮੁਖ ਅੰਮ੍ਰਿਤ ਬੈਨ ਅਲਾਏ RAM। ਬੜੀ ਪਿਆਰੀ ਗੱਲ ਸਤਿਗੁਰੂ ਪਾਤਸ਼ਾਹ ਜੀ ਨੇ ਕੀਤੀ। ਮਹਾਰਾਜ ਕਹਿੰਦੇ ਨਾਮ ਰੂਪੀ ਅੰਮ੍ਰਿਤ ਜਿਹਦੇ ਮਨ ਵਿੱਚ ਵਸ ਗਿਆ ਨਾ, ਨਾਮ ਰੂਪੀ ਅੰਮ੍ਰਿਤ ਜਿਹਦੇ ਹਿਰਦੇ ਵਿੱਚ ਵਸ ਗਿਆ, ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਫਿਰ ਉਹਦਾ ਜਿਹੜਾ ਬੋਲ ਬਾਣੀ ਹੈ ਨਾ, ਬੋਲ ਬਾਣੀ ਉਹ ਬੜਾ ਵਧੀਆ ਬਣ ਜਾਂਦਾ ਹੈ। ਭਾਵ ਉਹ ਕਿਸੇ ਨੂੰ ਮਾੜਾ ਨਹੀਂ ਬੋਲਦਾ, ਹਿਰਦੇ 'ਚ ਰੱਬ ਵਸ ਗਿਆ। ਆਪਾਂ ਦੇਖਦੇ ਹਾਂ ਜੀ, ਜਿਨ੍ਹਾਂ ਤੇ ਪ੍ਰਮਾਤਮਾ ਦੀ ਕਿਰਪਾ ਹੈ, ਜਿਨ੍ਹਾਂ ਤੇ ਵਾਹਿਗੁਰੂ ਦੀ ਕਿਰਪਾ ਹੈ, ਜਿਨ੍ਹਾਂ ਦੇ ਹਿਰਦੇ 'ਚ ਪ੍ਰਮਾਤਮਾ ਦਾ ਨਾਮ ਵਸ ਗਿਆ, ਤੁਸੀਂ ਕਿਤੇ ਉਹਨਾਂ ਦੇ ਕੋਲ ਖੜ ਕੇ ਦੇਖੋ, ਉਹ ਕੇਵਲ ਰੱਬ ਦੀਆਂ ਹੀ ਗੱਲਾਂ ਕਰਦੇ ਨੇ, ਕੇਵਲ ਪ੍ਰਮਾਤਮਾ ਦੀਆਂ ਗੱਲਾਂ ਕਰਦੇ ਨੇ, ਕਿਸੇ ਨੂੰ ਉਹ ਮਾੜਾ ਨਹੀਂ ਬੋਲਦੇ। ਇਹ ਗੱਲ ਸੱਚੀ ਹੈ ਸਾਧ ਸੰਗਤ। ਮਹਾਰਾਜ ਕਹਿੰਦੇ ਨੇ ਜਦੋਂ ਰੱਬ ਦਾ ਨਾਮ ਵਸ ਗਿਆ ਨਾ, ਉਦੋਂ ਉਹ ਬੰਦਾ ਮਿੱਠੇ ਬੋਲ ਬੋਲਦਾ ਹੈ, ਚੰਗੇ ਬੋਲ ਬੋਲਦਾ ਹੈ, ਕਿਸੇ ਨੂੰ ਕਬੋਲ ਨਹੀਂ ਬੋਲਦਾ। ਕਿਉਂ? ਕਿਉਂਕਿ ਉਹਨੂੰ ਪਤਾ ਲੱਗ ਜਾਂਦਾ ਹੈ ਸਭਨਾ ਮਨ ਮਾਨਕ ਠਾਹਨ ਮੂਲ ਮਚਾਂਗਵਾ, ਜੇ ਤਉ ਪਿਰੀਆਂ ਦੀ ਸਿੱਖ ਹਿਆਉ ਨਾ ਠਾਹੇ। ਕਹੀਦਾ ਵੀ ਰੱਬ ਸਾਰਿਆਂ 'ਚ ਵਸਦਾ ਹੈ, ਪਰਮਾਤਮਾ ਸਾਰਿਆਂ 'ਚ ਵਸਦਾ ਹੈ, ਮੈਂ ਕਿਉਂ ਕਿਸੇ ਨੂੰ ਮਾੜਾ ਕਵਾਂ। ਇੱਕ ਫਿੱਕਾ ਨਾ ਗਲਾਏ ਸਭਨਾ ਮੈਂ ਸੱਚਾ ਧਣੀ, ਉਹ ਕਿਸੇ ਨੂੰ ਮਾੜਾ ਨਹੀਂ ਬੋਲਦਾ। ਕਿਉਂ? ਕਿਉਂਕਿ ਉਹਨੂੰ ਪਤਾ ਹੈ ਵੀ ਰੱਬ ਸਾਰਿਆਂ ਦੇ ਵਿੱਚ ਵਸਦਾ ਹੈ। ਫਿੱਕਾ ਬੋਲ ਵਿਗੁਚਣਾ ਸੁਣ ਮੂਰਖ ਮਨ ਅਜਾਣ। ਮਹਾਰਾਜ ਦੀ ਬਾਣੀ ਵੀ ਕਹਿੰਦੀ ਹੈ ਭਾਈ ਹਮੇਸ਼ਾ ਚੰਗੇ ਬੋਲ ਬੋਲ, ਜਿਤ ਬੋਲੇ ਪਤ ਪਾਈਐ ਸੋ ਬੋਲਿਆ ਪ੍ਰਵਾਨ। ਜਿਹੜੇ ਬੋਲ ਬੋਲਿਆ ਤੈਨੂੰ ਗੁਰੂ ਘਰ ਵਿੱਚ ਇੱਜ਼ਤ ਮਿਲੇ, ਸਮਾਜ ਵਿੱਚ ਇੱਜ਼ਤ ਮਿਲੇ, ਮਹਾਰਾਜ ਕਹਿੰਦੇ ਉਹ ਬੋਲ ਬੋਲ। ਤੇ ਜਿਹੜੇ ਬੋਲ ਬੋਲਿਆ ਸਮਾਜ ਦੇ ਵਿੱਚ ਤੇਰੀ ਇੱਜ਼ਤ ਘਟੇ, ਤੇਰੀ ਪੱਤ ਘਟੇ, ਸਤਿਗੁਰੂ ਪਾਤਸ਼ਾਹ ਕਹਿੰਦੇ ਉਹ ਬੋਲ ਨਾ ਬੋਲ। ਤੇ ਮਹਾਰਾਜ ਕਹਿੰਦੇ ਨੇ ਜਿਨ੍ਹਾਂ ਤੇ ਰੱਬ ਦੀ ਕਿਰਪਾ ਹੋ ਜਾਂਦੀ ਹੈ, ਪਰਮਾਤਮਾ ਦੀ ਕਿਰਪਾ ਹੋ ਜਾਂਦੀ ਹੈ, ਜਿਨ੍ਹਾਂ ਦੇ ਮਨ ਵਿੱਚ ਪਰਮਾਤਮਾ ਦਾ ਨਾਮ ਵਸ ਗਿਆ, ਫਿਰ ਅੰਮ੍ਰਿਤ ਬੈਣ ਅਲਾਏ RAM। ਭਾਵ ਉਹ ਹਮੇਸ਼ਾ ਹੀ ਆਪਣੀ ਰਸਨਾ ਤੋਂ ਮਿੱਠਾ ਬੋਲਦੇ ਹਨ। ਅੰਮ੍ਰਿਤ ਬਾਣੀ ਭਗਤ ਜਨਾ ਕੇ ਮੇਰੇ ਜਿੰਦੜੀਏ, ਮਨ ਸੋਹਣੀਐ ਹਰ ਲਿਵ ਲਾਏ RAM। ਫਿਰ ਉਹਨਾਂ ਭਗਤ ਜਨਾਂ ਦਾ ਬੋਲ ਬਾਣੀ ਜਿਹੜਾ ਹੈ ਨਾ, ਉਹਨਾਂ ਭਗਤ ਜਨਾਂ ਦਾ ਬੋਲ ਬਾਣੀ ਬੜਾ ਵਧੀਆ ਬਣ ਜਾਂਦਾ ਹੈ। ਸਾਧ ਸੰਗਤ ਇਹੋ ਜਿਹੇ ਗੁਰਮੁਖਾਂ ਦੀ ਸੰਗਤ ਕਰਕੇ ਫਿਰ ਮਨ ਜਿਹੜਾ ਹੈ ਉਸ ਪਰਮਾਤਮਾ ਦੇ ਨਾਲ ਜੁੜ ਜਾਂਦਾ ਹੈ। ਚਿਰੇ ਵਿਸ਼ੁਨਾ ਹਰ ਪ੍ਰਭ ਪਾਇਆ, ਗਲ ਮਿਲਿਆ ਸਹਿਜ ਸੋ ਭਾਏ RAM। ਸਾਧ ਸੰਗਤ ਚਿਰੀ ਵਿਸ਼ੁੰਨੇ, ਅਸੀਂ ਉਸ ਪਰਮਾਤਮਾ ਤੋਂ ਵਿਛੜੇ ਹੋਏ ਆ। ਆਪਾਂ ਪਾਵਨ ਬਾਣੀ ਪੜ੍ਹਦੇ ਆ, ਬਾਣੀ 'ਚ ਬਚਨ ਆਉਂਦੇ ਨੇ, ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮੇਲੋ RAM। ਹੇ ਵਾਹਿਗੁਰੂ ਜੀ, ਹੇ ਰੱਬ ਜੀ, ਅਸੀਂ ਤੁਹਾਡੇ ਤੋਂ ਵਿਛੜੇ ਹੋਏ ਆ। ਪਰਮਾਤਮਾ ਜੀ, ਅਸੀਂ ਤੁਹਾਡੇ ਤੋਂ ਜਨਮਾਂ ਜਨਮਾਂ ਦੇ ਵਿਛੜੇ ਹੋਏ ਆ, ਕਿਰਪਾ ਕਰਕੇ ਸਾਨੂੰ ਆਪਣੇ ਚਰਨਾਂ ਦੇ ਨਾਲ ਜੋੜ ਲਓ। ਆਪਾਂ ਪਾਵਨ ਬਾਣੀ ਪੜ੍ਹਦੇ ਆ, ਬਾਣੀ 'ਚ ਬਚਨ ਆਉਂਦੇ ਨੇ, ਹਉ ਆਇਆ ਦੂਰੋਂ ਚੱਲ ਕੇ ਮੈਂ ਤੱਕੀ ਤਉ ਸਰਨਾਏ, ਮੈਂ ਆਸਾ ਰੱਖੀ ਚਿੱਤ ਮੈਂ ਮੇਰਾ ਸਭੋ ਦੁੱਖ ਗਵਾਏ ਜੀ। ਹੁਣ ਸਾਧ ਸੰਗਤ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਤੇਰੇ ਅੰਦਰ ਪਰਮਾਤਮਾ ਦੇ ਪ੍ਰਤੀ ਵਿਛੋੜਾ ਹੋਣਾ ਚਾਹੀਦਾ। ਬਿਰਹਾ ਬਿਰਹਾ ਆਖੀਐ ਬਿਰਹਾ ਤੂੰ ਸੁਲਤਾਨ ਫਰੀਦਾ, ਜਿਤ ਤਨ ਬਿਰਹੋ ਨਾ ਉਪਜੈ ਸੋ ਤਨ ਜਾਣ ਮਸਾਨ। ਵੇਖੋ ਜਿਹਦੇ ਅੰਦਰ ਪਰਮਾਤਮਾ ਨੂੰ ਮਿਲਣ ਦੀ ਤਾਂਘ ਨਹੀਂ, ਪਰਮਾਤਮਾ ਨੂੰ ਮਿਲਣ ਦੀ ਤਾਂਘ ਨਹੀਂ, ਜਿਹਦੇ ਅੰਦਰ ਇਹ ਵਿਛੋੜਾ ਹੀ ਨਹੀਂ ਹੈਗਾ ਵੀ ਮੈਂ ਬੜੇ ਚਿਰਾਂ ਤੋਂ ਪਰਮਾਤਮਾ ਤੋਂ ਵਿਛੜਿਆ ਆ ਤੇ ਆ ਮਨੁੱਖਾ ਜਨਮ ਦੇ ਵਿੱਚ ਮੈਂ ਪਰਮਾਤਮਾ ਨੂੰ ਮਿਲਣਾ ਆ, ਵਾਹਿਗੁਰੂ ਨੂੰ ਮਿਲਣਾ ਆ। ਬਾਬਾ ਫਰੀਦ ਸਾਹਿਬ ਕਹਿੰਦੇ ਜਿਹਦੇ ਅੰਦਰ ਰੱਬ ਦੇ ਪ੍ਰਤੀ ਵਿਛੋੜਾ ਹੀ ਨਹੀਂ, ਅਸਲ ਦੇ ਵਿੱਚ ਉਹਦਾ ਜਿਹੜਾ ਸਰੀਰ ਹੈ ਨਾ ਉਹ ਸ਼ਮਸ਼ਾਨ ਘਾਟ ਦੇ ਬਰਾਬਰ ਹੈ। ਭਾਵ ਉਹ ਮੁਰਦਾ ਹੈ, ਉਹ ਆਤਮਿਕ ਮੌਤੇ ਮਰਿਆ ਹੋਏ, ਜਿਹਦੇ ਅੰਦਰ ਪਰਮਾਤਮਾ ਨੂੰ ਮਿਲਣ ਦਾ, ਵਾਹਿਗੁਰੂ ਨੂੰ ਮਿਲਣ ਦਾ ਚਾਅ ਨਹੀਂ। ਅਰਦਾਸ ਕਰੀਏ ਅਬ ਕੀ ਬਾਰ ਬਖਸ਼ ਬੰਦੇ ਕੋ ਬਹੁਰ ਨਾ ਭਵਜਲ ਫੇਰਾ। ਮਹਾਰਾਜ ਕਹਿੰਦੇ ਨੇ ਜਿਹਦੇ ਅੰਦਰ, ਜਿਹਨੂੰ ਇਹ ਵਿਛੋੜੇ ਦਾ ਤਾਂਘ ਪੈਦਾ ਹੋਈ ਵੀ ਮੈਂ ਰੱਬ ਨੂੰ ਮਿਲਣਾ ਹੈ, ਪਰਮਾਤਮਾ ਨੂੰ ਮਿਲਣਾ ਹੈ, ਤੇ ਫਿਰ ਸਤਿਗੁਰੂ ਪਾਤਸ਼ਾਹ ਜੀ ਕਿਰਪਾ ਕਰਦੇ ਨੇ
ਫਿਰ ਸਤਿਗੁਰੂ ਪਾਤਸ਼ਾਹ ਜੀ ਉਹਨੂੰ ਆਪਣੇ ਨਾਲ ਮਿਲ ਲੈਂਦੇ ਨੇ, ਜਿਹਦੇ ਅੰਦਰ ਪਰਮਾਤਮਾ ਨੂੰ ਮਿਲਣ ਦੀ ਤਾਂਘ ਹੈ। ਜਨ ਨਾਨਕ ਮਨ ਆਨੰਦ ਭਇਆ ਹੈ ਮੇਰੀ ਜਿੰਦੜੀਏ, ਅਨਹਤ ਸ਼ਬਦ ਵਜਾਏ RAM। ਜਿਹਨੂੰ ਰੱਬ ਮਿਲ ਗਿਆ, ਜਿਹਨੂੰ ਪਰਮਾਤਮਾ ਮਿਲ ਗਿਆ, ਫਿਰ ਮਹਾਰਾਜ ਕਹਿੰਦੇ ਅਨਹਦ ਨਾਦ ਉਹਦੇ ਮਨ ਵਿੱਚ ਵੱਜਣੇ ਸ਼ੁਰੂ ਹੋ ਜਾਂਦੇ ਨੇ। ਇੱਕ ਰਸ ਬਾਣੀ ਚੱਲ ਪੈਂਦੀ ਹੈ, ਭਾਵ ਉਹਦਾ ਆਨੰਦ ਦੇ ਨਾਲ ਭਰ ਜਾਂਦਾ ਹੈ, ਖਿੜਾਓ ਦੇ ਨਾਲ ਭਰ ਜਾਂਦਾ ਹੈ। ਆਪਾਂ ਪਾਵਨ ਬਾਣੀ ਪੜ੍ਹਦੇ ਹਾਂ, ਪੁੱਛੋ ਗੁਰੂ ਸਾਹਿਬ ਨੂੰ ਵੀ ਮਹਾਰਾਜ ਆਨੰਦ ਦੀ ਪ੍ਰਾਪਤੀ ਕਿੱਦਾਂ ਹੁੰਦੀ ਹੈ, ਤੇ ਮਹਾਰਾਜ ਕਹਿੰਦੇ ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ। ਉਦਣ ਮੇਰਾ ਹਿਰਦਾ ਆਨੰਦ ਦੇ ਨਾਲ ਭਰ ਗਿਆ ਜਿੱਦਣ ਮੈਂ ਆਪਣੇ ਗੁਰੂ ਨੂੰ ਪਾ ਲਿਆ। ਆਨੰਦ ਆਨੰਦ ਸਭ ਕੋ ਕਹੈ, ਆਨੰਦ ਗੁਰੂ ਤੇ ਜਾਣਿਆ, ਜਾਣਿਆ ਆਨੰਦ ਸਦਾ ਗੁਰ ਤੇ ਕਿਰਪਾ ਕਰੇ ਪਿਆਰਿਆ। ਮਹਾਰਾਜ ਕਹਿੰਦੇ ਅਸਲ ਆਨੰਦ ਜਿਹੜਾ ਹੈ ਨਾ, ਅਸਲ ਆਨੰਦ ਉਹ ਗੁਰੂ ਦੇ ਕੋਲ ਆ ਕੇ ਹੀ ਪ੍ਰਾਪਤ ਹੁੰਦਾ ਹੈ। ਵੇਖੋ ਸਾਧ ਸੰਗਤ, 20 ਸਾਲ ਭਾਈ ਲਹਿਣਾ ਜੀ ਵੈਸ਼ਨੋ ਦੇਵੀ ਜਾਂਦੇ ਰਹੇ, ਪਰ ਆਨੰਦ ਨਹੀਂ ਮਿਲਿਆ। ਮਾਫ ਕਰਨਾ, ਜਿਹੜਾ ਆਨੰਦ 20 ਸਾਲਾਂ ਦੇ ਵਿੱਚ ਪ੍ਰਾਪਤ ਨਹੀਂ ਨਾ ਹੋਇਆ, ਉਹ ਬਾਬੇ ਨਾਨਕ ਦੀ ਬਾਣੀ ਦਾ ਇੱਕ ਸ਼ਬਦ ਸੁਣ ਕੇ ਪ੍ਰਾਪਤ ਹੋ ਗਿਆ। ਗੁਰੂ ਅਮਰਦਾਸ ਮਹਾਰਾਜ ਦੀ ਗੱਲ ਕਰੀਏ ਤੇ ਗੁਰੂ ਬਣਨ ਤੋਂ ਪਹਿਲਾਂ ਗੁਰੂ ਅਮਰਦਾਸ 20 ਸਾਲ ਹਰਿਦੁਆਰ ਜਾਂਦੇ ਰਹੇ ਗੰਗਾ ਨਹਾਉਣ ਵਾਸਤੇ, ਪਰ ਮਨ ਨੂੰ ਆਨੰਦ ਨਹੀਂ ਮਿਲਿਆ, ਮਨ ਨੂੰ ਸ਼ਾਂਤੀ ਨਹੀਂ ਮਿਲੀ, ਮਨ ਨੂੰ ਸਹਿਜ ਨਹੀਂ ਮਿਲਿਆ। ਸੱਚ ਜਾਣਿਓ, ਆਪਣੀ ਭਤੀਜ ਨਹੁੰ ਪਾਸੋਂ ਇੱਕੋ ਹੀ ਸ਼ਬਦ ਸੁਣਿਆ, ਕਰਨੀ ਕਾਗਦ ਮਨ ਮਸਵਾਣੀ, ਬੁਰਾ ਭਲਾ ਦੋਇ ਲੇਖ ਭਏ, ਜਿਉਂ ਜੋ ਕਿਰਤ ਚਲਾਏ ਤਉ ਚੱਲੀਐ, ਤਉ ਗੁਣ ਨਾਹੀ ਅੰਤ ਹਰੇ। ਸੱਚ ਜਾਣਿਓ ਭਾਗਾਂ ਵਾਲਿਓ, ਮਨ ਆਨੰਦ ਦੇ ਨਾਲ ਭਰ ਗਿਆ, ਮਨ ਆਨੰਦ ਦੇ ਨਾਲ। ਜਿਹੜਾ ਆਨੰਦ 20 ਸਾਲਾਂ ਦੇ ਵਿੱਚ ਨਹੀਂ ਮਿਲਿਆ, ਉਹ ਆਨੰਦ ਗੁਰੂ ਦੀ ਬਾਣੀ ਦਾ ਇੱਕ ਸ਼ਬਦ ਸੁਣ ਕੇ ਮਿਲ ਗਿਆ। ਤੇ ਮਹਾਰਾਜ ਕਹਿੰਦੇ ਨੇ ਜਿਹਦੇ ਹਿਰਦੇ ਦੇ ਵਿੱਚ ਪਰਮਾਤਮਾ ਦਾ ਨਾਮ ਵਸ ਗਿਆ, ਜਿਹੜਾ ਪਰਮਾਤਮਾ ਦੇ ਵਿੱਚ ਇਕਮਿਕ ਹੋ ਗਿਆ, ਫਿਰ ਉਹਦੇ ਅੰਦਰ ਅਨਾਹਦ ਨਾਦ ਚੱਲਦੇ ਨੇ, ਇੱਕ ਰਸ ਬਾਣੀ ਚੱਲਦੀ ਹੈ। ਤੇ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਜਿਹੜਾ ਉਹਦਾ ਹਿਰਦੇ ਰੂਪੀ ਘਰ ਹੈ ਉਹ ਆਨੰਦ ਦੇ ਨਾਲ ਭਰ ਜਾਂਦਾ ਹੈ, ਭਾਵ ਉਹ ਸਦਾ ਖਿੜਾਓ ਦੇ ਵਿੱਚ ਰਹਿੰਦਾ ਹੈ। ਸਖੀ ਸਹੇਲੀ ਮੇਰੀਆ ਮੇਰੀ ਜਿੰਦੜੀਏ, ਕੋਈ ਹਰ ਪ੍ਰਭ ਆਣ ਮਿਲਾਵੇ RAM। ਹੇ ਸਖੀ ਸਹੇਲੀ, ਹੇ ਮੇਰੀ ਜਿੰਦੜੀਏ, ਕੋਈ ਮੈਨੂੰ ਉਸ ਪਰਮਾਤਮਾ ਦੇ ਨਾਲ ਮਿਲਾ ਦਵੇ, ਕੋਈ ਆਣ ਮਿਲਾਵੇ ਮੇਰਾ ਪ੍ਰੀਤਮ ਪਿਆਰਾ, ਹਉ ਤਿਸ ਪੈ ਆਪ ਵਿੱਚ ਆਈ। ਕਹਿੰਦੇ ਮੈਨੂੰ ਕੋਈ ਉਹ ਪਰਮਾਤਮਾ ਦੇ ਨਾਲ ਮਿਲਾ ਦਵੇ, ਪਰਮਾਤਮਾ ਦੇ ਨਾਲ ਜੋੜ ਦਵੇ। ਆਪਾਂ 12 ਮਾਹ ਦੀ ਬਾਣੀ ਪੜ੍ਹਦੇ ਹਾਂ ਤੇ ਪੁੱਛੀਏ ਸਤਿਗੁਰੂ ਨੂੰ ਵੀ ਰੱਬ ਦੇ ਨਾਲ ਕਿੱਦਾਂ ਜੁੜਨਾ ਹੈ, ਤੇ ਮਹਾਰਾਜ ਕਹਿੰਦੇ ਸੰਤ ਸਹਾਈ RAM ਕੇ ਕਰ ਕਿਰਪਾ ਦਿਆ ਮਲਾਏ। ਮਹਾਰਾਜ ਕਹਿੰਦੇ ਗੁਰਦੁਆਰੇ ਆ, ਸੰਗਤ ਕਰ, ਗੁਰਮੁਖਾਂ ਦੀ ਸੰਗਤ ਕਰ। ਜੇ ਤੂੰ ਗੁਰਮੁਖਾਂ ਦੀ ਸੰਗਤ ਵਿੱਚ ਆਵੇਂਗਾ ਤੇ ਫਿਰ ਤੂੰ ਉਸ ਪਰਮਾਤਮਾ ਨੂੰ ਮਿਲ ਸਕੇਗਾ। ਜਾਂ ਮਹਾਰਾਜ ਕਹਿੰਦੇ ਸੰਤ ਸਹਾਈ ਪ੍ਰੇਮ ਕੇ ਕਰ ਕਿਰਪਾ, ਹਉ ਤਿਨਕੈ ਲਾਗੋਂ ਪਾਏ। ਕਹਿੰਦੇ ਰੱਬ ਨੂੰ ਮਿਲਾਉਣ ਦੇ ਵਿੱਚ ਸੰਤ ਜਨਾਂ ਨੇ ਹੀ ਜਿਹੜੀ ਹੈ ਉਹ ਸਹਾਇਤਾ ਕਰਨੀ ਹੈ, ਤੇ ਗੁਰੂ ਸਾਹਿਬ ਕਿਰਪਾ ਕਰਦੇ ਨੇ, ਬਖਸ਼ਿਸ਼ ਕਰਦੇ ਨੇ। ਮਹਾਰਾਜ ਕਹਿੰਦੇ ਨੇ ਵੀ ਕੋਈ ਸੰਤ ਜਨ, ਕੋਈ ਭਗਤ ਜਨ ਜਿਹੜਾ ਹੈ ਉਹ ਤੈਨੂੰ ਉਸ ਪਰਮਾਤਮਾ ਦੇ ਨਾਲ ਮਿਲਾ ਸਕਦਾ ਹੈ। ਹਉ ਮਨ ਦੇਵੋ ਤਿਸ ਆਪਣਾ ਮੇਰੀ ਜਿੰਦੜੀਏ, ਹਰ ਪ੍ਰਭ ਕੀ ਹਰ ਕਥਾ ਸੁਣਾਵੇ RAM। ਮੇਰੇ ਹਰ ਪ੍ਰੀਤਮ ਕੀ ਕੋਈ ਬਾਤ ਸੁਣਾਵੇ, ਸੇ ਭਾਈ ਸੇ ਮੇਰਾ ਵੀਰ। ਮਹਾਰਾਜ ਕਹਿੰਦੇ ਕੋਈ ਮੈਨੂੰ ਉਹ ਰੱਬ ਦੀ ਕਥਾ ਸੁਣਾਵੇ, ਕੋਈ ਮੈਨੂੰ ਉਹ ਪਰਮਾਤਮਾ ਦੀ ਬਾਣੀ ਸੁਣਾਵੇ, ਮੈਂ ਆਪਣਾ ਤਨ ਵੀ ਉਹਨੂੰ ਦੇ ਦੇਵਾਂ ਤੇ ਮੈਂ ਆਪਣਾ ਮਨ ਵੀ ਉਹਨੂੰ ਦੇ ਦੇਵਾਂ। ਭਾਵ ਜਿਹੜਾ ਰੱਬ ਦੀਆਂ ਗੱਲਾਂ ਕਰਦਾ ਹੈ, ਜਿਹੜਾ ਪਰਮਾਤਮਾ ਦੀਆਂ ਗੱਲਾਂ ਕਰਦਾ ਹੈ, ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਮੈਂ ਸਾਰਾ ਕੁਝ ਉਹਨੂੰ ਸਮਰਪਿਤ ਕਰ ਦੇਵਾਂ। ਗੁਰਮੁਖ ਸਤਾ ਅਰਾਧ ਹਰ ਮੇਰੀ ਜਿੰਦੜੀਏ, ਮਨ ਚਿੰਦਿਆੜਾ ਫਲ ਪਾਵੇ RAM। ਗੁਰਮੁਖ ਸਦਾ ਅਰਾਧ ਹਰ ਮੇਰੀ ਜਿੰਦੜੀਏ, ਮਨ ਚਿੰਦਿਆੜਾ ਫਲ ਪਾਵੇ RAM। ਕਹਿੰਦੇ ਗੁਰੂ ਦੀ ਸ਼ਰਨ ਦੇ ਵਿੱਚ ਆ, ਗੁਰੂ ਦੀ ਸ਼ਰਨ ਦੇ ਵਿੱਚ ਆ ਕੇ ਉਸ ਪਰਮਾਤਮਾ ਦਾ ਨਾਮ ਜਪ, ਉਸ ਪਰਮਾਤਮਾ ਦਾ ਨਾਮ ਧਿਆ। ਜੇ ਗੁਰੂ ਦੀ ਸ਼ਰਨ ਵਿੱਚ ਆ ਕੇ ਪਰਮਾਤਮਾ ਦਾ ਨਾਮ ਧਿਆਵੇਂਗਾ ਤੇ ਸਾਰੇ ਫਲ
ਗੁਰੂ ਤੇਰੀ ਝੋਲੀ ਦੇ ਵਿੱਚ ਪਾ ਦੇਵੇਗਾ। ਭਾਈ ਸਾਹਿਬ ਭਾਈ ਨੰਦ ਲਾਲ ਸਿੰਘ ਜੀ ਦਾ ਇੱਕ ਬੜਾ ਪਿਆਰਾ ਬਚਨ ਆਉਂਦਾ ਹੈ। ਭਾਈ ਸਾਹਿਬ ਕਹਿੰਦੇ ਨੇ, ਸੁਹੱਬਤੇ ਨੇਕਾਂ ਅਗਰ ਬਾਸ਼ਦ ਨਸੀਬ, ਦੌਲਤੇ ਜਾਵੀਦ ਜਾਬੀ ਹੈ ਹਬੀਬ। ਭਾਈ ਨੰਦ ਲਾਲ ਸਿੰਘ ਕਹਿੰਦੇ, ਜਿਹੜਾ ਗੁਰੂ ਦੀ ਸ਼ਰਨ ਵਿੱਚ ਆ ਜਾਂਦਾ ਹੈ, ਗੁਰੂ ਦੀ ਸ਼ਰਨ ਵਿੱਚ ਆ ਕੇ ਜਿਹੜਾ ਰੱਬ ਦੀ ਭਗਤੀ ਕਰਦਾ ਹੈ, ਪਰਮਾਤਮਾ ਦੀ ਭਗਤੀ ਕਰਦਾ ਹੈ, ਗੁਰੂ ਉਹਦੀ ਝੋਲੀ ਦੇ ਵਿੱਚ ਸਾਰੇ ਫਲ ਪਾ ਦਿੰਦਾ ਹੈ। ਨਾਨਕ ਭਜ ਹਰ ਸ਼ਰਨਾਗਤੇ ਮੇਰੇ ਜਿੰਦੜੀਏ, ਵੱਡ ਭਾਗੇ ਨਾਮ ਤੇ ਆਵੈ ਰਾਮ। ਕਹਿੰਦੇ ਪੰਜਵੇਂ ਪਾਤਸ਼ਾਹ ਕਹਿੰਦੇ ਨੇ ਵੀ ਤੂੰ ਗੁਰੂ ਦੀ ਸ਼ਰਨ ਵਿੱਚ ਆ, ਗੁਰੂ ਦੀ ਸ਼ਰਨ ਵਿੱਚ ਆ ਕੇ ਪਰਮਾਤਮਾ ਦਾ ਨਾਮ ਜਪ, ਫਿਰ ਵੱਡਿਆਂ ਭਾਗਾਂ ਦੇ ਨਾਲ ਤੈਨੂੰ ਪਰਮਾਤਮਾ ਦੇ ਨਾਮ ਦੀ ਪ੍ਰਾਪਤੀ ਹੋ ਜਾਵੇਗੀ। ਕਰ ਕਿਰਪਾ ਪ੍ਰਭ ਆਏ ਮਿਲ ਮੇਰੀ ਜਿੰਦੜੀਏ, ਗੁਰਮਤਿ ਨਾਮ ਪਰਗਾਸੇ ਰਾਮ। ਕਹਿੰਦੇ ਗੁਰੂ ਦੀ ਸ਼ਰਨ ਵਿੱਚ ਆ ਕੇ ਗੁਰੂ ਨੂੰ ਮਿਲ, ਫਿਰ ਤੇਰੇ ਅੰਦਰ ਪਰਮਾਤਮਾ ਦੇ ਨਾਮ ਦਾ ਪ੍ਰਕਾਸ਼ ਹੋ ਜਾਵੇਗਾ, ਭਾਵ ਪਰਮਾਤਮਾ ਦੇ ਨਾਮ ਦਾ ਚਾਨਣ ਹੋ ਜਾਵੇਗਾ। ਹਾਂ ਹਰ ਬਾਜ ਉਡੇਨੀਆਂ ਮੇਰੀ ਜਿੰਦੜੀਏ, ਜੋ ਜਲ ਬਿਨ ਕਮਲ ਉਦਾਸੇ ਰਾਮ। ਸੰਗਤ, ਜੇ ਕਮਲ ਪਾਣੀ ਦੇ ਵਿੱਚ ਹੈ ਨਾ ਤੇ ਕਮਲ ਖਿੜਿਆ ਹੈ, ਤੇ ਜੇ ਕਮਲ ਦੇ ਫੁੱਲ ਦਾ ਪਾਣੀ ਤੋਂ ਵਿਛੋੜਾ ਪੈ ਜਾਵੇ ਤੇ ਸੱਚ ਜਾਣਿਓ ਉਹ ਸੜ ਸੁੱਕ ਕੇ ਸਵਾਹ ਹੋ ਜਾਂਦਾ ਹੈ। ਪਾਤਸ਼ਾਹ ਕਹਿੰਦੇ ਇਸੇ ਤਰ੍ਹਾਂ ਜਿਹੜਾ ਸਿੱਖ ਗੁਰੂ ਦੇ ਨਾਲ ਜੁੜਿਆ ਹੈ ਉਹ ਸਦਾ ਹੀ ਸੁਖੀ ਰਹਿੰਦਾ ਹੈ, ਤੇ ਜਿਹੜਾ ਸਿੱਖ ਗੁਰੂ ਨਾਲੋਂ ਟੁੱਟ ਜਾਂਦਾ ਹੈ ਉਹ ਸਦਾ ਉਦਾਸ ਰਹਿੰਦਾ ਹੈ। ਪਰਮੇਸ਼ਰ ਤੇ ਭੁੱਲਿਆ ਵਿਆਪਣ ਸਭੇ ਰੋਗ, ਬੇਮੁਖ ਹੋਏ RAM ਤੇ ਲੱਗਣ ਜਨਮ ਵਿਜੋਗ। ਜਿਹੜਾ ਗੁਰੂ ਨਾਲੋਂ ਟੁੱਟ ਗਿਆ, ਪਾਤਸ਼ਾਹ ਕਹਿੰਦੇ ਉਹ ਉਦਾਸ ਰਹਿੰਦਾ ਏ, ਤੇ ਜਿਹੜਾ ਰੱਬ ਦੀ ਭਗਤੀ ਕਰਦਾ ਹੈ ਉਹ ਹਮੇਸ਼ਾ ਹੀ ਕਮਲ ਦੇ ਫੁੱਲ ਵਾਂਗ ਖਿੜਿਆ ਰਹਿੰਦਾ ਹੈ। ਗੁਰਪੁਰੈ ਮੇਲਾਇਆ ਮੇਰੀ ਜਿੰਦੜੀਏ, ਹਰ ਸੱਜਣ ਹਰ ਪ੍ਰਭ ਪਾਸੇ ਰਾਮ। ਪੂਰੇ ਗੁਰੂ ਨੇ ਕਿਰਪਾ ਕੀਤੀ, ਪੂਰੇ ਗੁਰੂ ਨੇ ਬਖਸ਼ਿਸ਼ ਕੀਤੀ, ਮੈਨੂੰ ਪਰਮਾਤਮਾ ਦਾ ਸਾਥ ਦੇ ਦਿੱਤਾ, ਮੈਨੂੰ ਪਰਮਾਤਮਾ ਦੇ ਨਾਲ ਮਿਲਾ ਦਿੱਤਾ, ਤੇ ਉਹ ਰੱਬ ਜਿਹੜਾ ਹੈ ਨਾ, ਉਹ ਰੱਬ ਕਹਿ ਰਵਿਦਾਸ ਹਾਥ ਪੈ ਨੇਰੇ। ਉਹ ਜਿਹੜਾ ਪਰਮਾਤਮਾ ਹੈ ਉਹ ਹੁਣ ਮੈਨੂੰ 24 ਘੰਟੇ ਆਪਣੇ ਅੰਗ ਸੰਗ ਮਹਿਸੂਸ ਹੁੰਦਾ ਹੈ। ਧੰਨ ਧੰਨ ਗੁਰੂ ਹਰ ਦੱਸਿਆ ਮੇਰੀ ਜਿੰਦੜੀਏ, ਜਨ ਨਾਮ ਵਿਗਾਸੇ ਰਾਮ। ਅੰਤਲੇ ਬੰਦ ਵਿੱਚ ਸਤਿਗੁਰੂ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ, ਧੰਨ ਹੈ ਗੁਰੂ, ਧੰਤਾ ਦੇ ਜੋਗ ਹੈ ਗੁਰੂ, ਜਿਨਨੇ ਕਿਰਪਾ ਕੀਤੀ, ਬਖਸ਼ਿਸ਼ ਕੀਤੀ, ਮੈਨੂੰ ਉਸ ਪਰਮਾਤਮਾ ਦੇ ਨਾਲ ਜੋੜ ਦਿੱਤਾ, ਉਸ ਵਾਹਿਗੁਰੂ ਦੇ ਨਾਲ ਜੋੜ ਦਿੱਤਾ। ਤੇ ਜਦੋਂ ਦਾ ਮੈਂ ਉਸ ਰੱਬ ਦੇ ਨਾਲ, ਉਸ ਪਰਮਾਤਮਾ ਦੇ ਨਾਲ ਜੁੜਿਆ ਹਾਂ, ਉਦੋਂ ਦਾ ਵਿਗਾਸੇ ਰਾਮ, ਭਾਵ ਮੇਰਾ ਜੀਵਨ ਸੋਹਣਾ ਬਣ ਗਿਆ, ਮੇਰਾ ਜਿਹੜਾ ਜੀਵਨ ਹੈ ਉਹ ਚੜ੍ਹਦੀ ਕਲਾ ਵਾਲਾ ਬਣ ਗਿਆ। ਸਾਧ ਸੰਗਤ, ਇਹ ਗੱਲ ਪੱਕੀ ਹੈ, ਜਿਹੜਾ ਰੱਬ ਦੀ ਭਗਤੀ ਨਹੀਂ ਕਰਦਾ, ਪਰਮਾਤਮਾ ਦੀ ਭਗਤੀ ਨਹੀਂ ਕਰਦਾ, ਉਹ ਮੋਹ ਮਾਇਆ ਦੇ ਵਿੱਚ ਖਚਿਤ ਰਹਿੰਦਾ ਹੈ, ਵਿਸ਼ੇ ਵਿਕਾਰਾਂ ਦੇ ਵਿੱਚ ਖਚਿਤ ਰਹਿੰਦਾ ਹੈ। ਪਰ ਸੱਚ ਜਾਣਿਓ, ਜਿਹੜਾ ਰੱਬ ਦੀ ਭਗਤੀ ਕਰਦਾ ਹੈ, ਪਰਮਾਤਮਾ ਦੀ ਭਗਤੀ ਕਰਦਾ ਹੈ, ਜਿਹੜਾ ਗੁਰੂ ਦੀ ਸ਼ਰਨ ਵਿੱਚ ਆ ਗਿਆ, ਫਿਰ ਗੁਰੂ ਕਿਰਪਾ ਕਰਦਾ ਹੈ, ਉਹਨੂੰ ਰੱਬ ਦੇ ਨਾਲ ਜੋੜ ਦਿੰਦਾ ਹੈ, ਤੇ ਉਹਦਾ ਜਿਹੜਾ ਹਿਰਦਾ ਹੈ ਉਹ ਵਿਗਸ ਜਾਂਦਾ ਹੈ, ਭਾਵ ਖਿੜਾਓ ਦੇ ਵਿੱਚ ਆ ਜਾਂਦਾ ਹੈ, ਉਹ ਪਰਮਾਤਮਾ ਦੇ ਨਾਲ ਜੁੜ ਜਾਂਦਾ ਹੈ। ਇਸ ਪੂਰੇ ਸ਼ੰਤ ਦੇ ਅੰਦਰ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਇਹੋ ਗੱਲ ਸਮਝਾਈ ਹੈ ਕਿ ਹੇ ਭਾਈ, ਇਹ ਮਨੁੱਖਾ ਜਨਮ ਰੱਬ ਦੀ ਭਗਤੀ ਕਰਨ ਵਾਸਤੇ ਮਿਲਿਆ ਹੈ, ਪਰਮਾਤਮਾ ਦੀ ਭਗਤੀ ਕਰਨ ਵਾਸਤੇ ਮਿਲਿਆ ਹੈ। ਹੇ ਬੰਦਿਆ, ਤੂੰ ਗੁਰੂ ਦੀ ਸ਼ਰਨ ਵਿੱਚ ਪੈ ਕੇ, ਗੁਰੂ ਦੀ ਦੱਸੀ ਮੱਤ ਤੇ ਚੱਲ ਕੇ ਉਸ ਪਰਮਾਤਮਾ ਦੀ ਭਗਤੀ ਕਰ, ਉਸ ਵਾਹਿਗੁਰੂ ਦੀ ਭਗਤੀ ਕਰ, ਤਾਂ ਹੀ ਤੇਰਾ ਜਿਹੜਾ ਜੀਵਨ ਹੈ ਉਹ ਸਫਲਾ ਹੋਵੇਗਾ। ਸੋ ਸਾਧ ਸੰਗਤ, ਕਥਾ ਕਰਦਿਆਂ, ਗੁਰਮਤਿ ਦੀ ਵਿਚਾਰ ਕਰਦਿਆਂ, ਇੱਕ ਨਹੀਂ ਬੇਅੰਤ ਭੁੱਲਾਂ ਗਲਤੀਆਂ ਹੋਈਆਂ ਹਨ। ਧੰਨਵਾਦ ਗੁਰੂ ਘਰ ਦੇ ਹੈੱਡ ਗ੍ਰੰਥੀ ਗਿਆਨੀ ਪ੍ਰਨਾਮ ਸਿੰਘ ਜੀ ਹੋਣਾ ਦਾ,
ਧੰਨਵਾਦ ਇਥੋਂ ਦੀ ਸਮੁੱਚੀ ਮੈਨੇਜਮੈਂਟ ਦਾ। ਸਭ ਤੋਂ ਵੱਡਾ ਧੰਨਵਾਦ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ। ਗੁਰੂ ਤੇਗ ਬਹਾਦਰ ਸਾਹਿਬ ਨੇ ਅਪਾਰ ਕਿਰਪਾ ਕੀਤੀ। ਸੀਸ ਦੇ ਉੱਤੇ ਹੱਥ ਰੱਖ ਕੇ ਪਾਤਸ਼ਾਹ ਨੇ ਕਥਾ ਕਰਵਾਈ ਹੈ। ਸਦ ਸੰਗਤ ਕਥਾ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਮਾਫ ਕਰ ਦੇਣੀਆਂ, ਸ਼ਬਦ ਦੀ ਵਿਚਾਰ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਮਾਫ ਕਰ ਦੇਣੀਆਂ। ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।